ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਹਰ ਚਰਨ ਹਿਰਦੇ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣੇ, ਕਾਰਜ ਸਫਲ ਸਵਾਰੇ। ਪਰਮ ਸਤਿਕਾਰਯੋਗ ਵੱਡੇ ਭਾਗਾਂ ਵਾਲੇ ਗੁਰਮੁਖ ਪਿਆਰਿਓ, ਜੋ ਨਿਰੰਕਾਰ ਸੱਚੇ ਪਾਤਸ਼ਾਹ ਦਾਸਾਂ ਦੇ ਕੋਲੋਂ ਸੇਵਾ ਕਰਵਾ ਰਹੇ ਨੇ, ਉਸ ਸੇਵਾ ਦੇ ਵਿੱਚ ਆਪ ਇਸ ਸੇਵਾ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਵਾਨ ਕਰਦੇ ਹੋ। ਆਪ ਜੀ ਨੂੰ ਸਾਡੀ ਫਤਿਹ ਅਰਜ਼ ਹੈ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਨਿਰੰਕਾਰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੀ ਜੋਤ ਦੇ ਪੰਜਵੇਂ ਘਟ ਜੋ ਆਪਣੇ ਉੱਤੇ ਕਿਰਪਾ ਕਰਦੇ ਨੇ ਸ੍ਰੀ ਰਾਗ ਦੇ ਵਿੱਚ, ਉੱਥੋਂ ਆਪਾਂ ਆਪ ਜੀ ਦੀ ਸੇਵਾ ਦੇ ਵਿੱਚ ਲੱਗਣ ਲੱਗੇ ਹਾਂ। ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਆਮ ਖਾਸ ਕਰਕੇ ਇਹ ਸ਼ਬਦ ਨੂੰ ਆਪਾਂ ਖੁਸ਼ੀ ਦੇ ਸਮੇਂ ਦੇ ਉੱਤੇ ਰਾਗੀ ਸਿੰਘਾਂ ਨੂੰ ਕਹਿੰਦੇ ਹਾਂ। ਪੇਜ ਜ਼ਰੂਰ ਪੜ੍ਹੋ। ਇਸ ਸ਼ਬਦ ਦੇ ਵਿੱਚ ਬਚਨ ਆਉਂਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਇਹਦਾ ਜਿਹੜਾ ਪਹਿਲਾ ਅਕਾਲ ਪੁਰਖ ਕਿਰਪਾ ਕਰਦੇ ਨੇ, ਜਦੋਂ ਇਹ ਸ਼ੁਰੂਆਤ ਹੁੰਦਾ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਬਚਨ ਨੂੰ ਬਹੁਤ ਲੁਕੋ ਕੇ ਰੱਖਦੇ ਨੇ। ਆਓ ਨਿਰੰਕਾਰ ਕਿਰਪਾ ਕਰੇ, ਜੁੜੋ ਦਾਸਾਂ ਦੇ ਨਾਲ, ਕਰੋ ਕਿਰਪਾ ਜੀ। ਸ੍ਰੀ ਰਾਗ ਮਹਲਾ ਪੰਜਵਾਂ। ਸਭੇ ਥੋਕ ਪ੍ਰਾਪਤੇ, ਜੇ ਆਵੇ ਇੱਕ ਹੱਥ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਜਪਿਓ ਜਿਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਇਸ ਸੰਸਾਰ ਦੇ ਉੱਤੇ ਗਿਆਨ ਦਿੰਦੇ ਨੇ। ਭਾਈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ, ਉਹਦੇ ਬਣਨ ਦੇ ਨਾਲ ਸੰਸਾਰ ਦੇ ਸਾਰੇ ਹੀ ਪਦਾਰਥ ਨਿਰੰਕਾਰ ਆਪਣੇ ਪਿਆਰਿਆਂ ਦੀ ਝੋਲੀ ਦੇ ਵਿੱਚ ਪਾ ਦਿੰਦੇ ਨੇ। ਜੇ ਆਵੇ ਇੱਕ ਹੱਥ, ਜੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਮਨ ਰੂਪੀ ਹੱਥ ਦੇ ਵਿੱਚ ਆਣ ਕੇ ਵਸ ਜਾਵੇ। ਹੁਣ ਇੱਥੇ ਸਭੇ ਥੋਕ ਪ੍ਰਾਪਤ ਹੈ। ਥੋੜਾ ਚਿਰ ਪਹਿਲਾਂ ਮੈਂ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ 'ਚ, ਵੀ ਨਿਰੰਕਾਰ ਕਿਰਪਾ ਕਰਨਗੇ ਕਿ ਜੋ ਭਾਈ ਗੁਰਦਾਸ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਜਿੱਥੇ ਮਹਾਰਾਜ ਦੀ ਵਡਿਆਈ ਕਰਦੇ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਇਹ ਪੰਜ ਪੀਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਰੂਪ, ਨਿਰੰਕਾਰ ਆਪ ਜਿਨ੍ਹਾਂ ਨੇ ਸਾਡੇ ਉੱਤੇ ਕਿਰਪਾ ਕੀਤੀ। ਹੁਣ ਥੋਕ ਕਿਹੜੇ ਨੇ? ਥੋਕ ਕਹਿੰਦੇ ਨੇ ਵਸਤੂ ਨੂੰ, ਕੋਈ ਚੀਜ਼ ਨੂੰ। ਔਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਭ ਤੋਂ ਵੱਡੀ ਦਾਤ ਸਾਨੂੰ ਕਿਹੜੀ ਦਿੱਤੀ? ਥੋਕ ਦਾਤ ਵੀ ਬਣ ਜਾਂਦੀ ਹੈ। ਦਾਤ ਕਿਹੜੀ ਦਿੱਤੀ? ਗੁਰੂ ਨਾਨਕ ਨਿਰੰਕਾਰ ਨੇ। ਉਹਨਾਂ ਨੇ ਭਾਈ ਸੰਸਾਰ ਦੇ ਉੱਤੇ ਆਣ ਕੇ ਅੰਮ੍ਰਿਤ ਦੀ ਵਰਖਾ ਕਰਦਿਆਂ ਹੋਇਆਂ ਨੇ ਦਇਆ ਦੀ ਦਾਤ, ਪਹਿਲੇ ਜੋ ਪਿਆਲਾ ਹੈ, ਪਿਆਲਾ ਕਹਿੰਦੇ ਨੇ ਵੀ ਜਿਹਦੇ ਵਿੱਚ ਵਸਤੂ ਪਾਈ ਜਾਂਦੀ ਹੈ, ਤੇ ਉਹਨਾਂ ਪੀਰਾਂ ਦੇ ਵਿੱਚੋਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਦਇਆ ਦੀ ਦਾਤ ਦਿੱਤੀ। ਧੌਲ ਧਰਮ ਦਇਆ ਕਾ ਪੂਤ। ਵੀ ਭਾਈ ਤੂੰ ਧਰਮ ਦੇ ਵਿੱਚ ਪੱਕਾ ਹੋ ਜਾ, ਤੇ ਦਇਆ ਦੀ ਦਾਤ ਨਿਰੰਕਾਰ ਤੇਰੀ ਝੋਲੀ ਦੇ ਵਿੱਚ ਪਾ ਹੀ ਦੇਣਗੇ। ਦੂਸਰੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਜੋਤ ਦੇ ਵਾਰਿਸ ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 7 ਸਾਲ ਕਰਤਾਰਪੁਰ ਦੀ ਧਰਤੀ ਦੇ ਉੱਤੇ ਸੇਵਾ ਦੇ ਵਿੱਚ ਲੱਗੇ ਰਹੇ, ਪਰ ਮੁੱਖ ਦੇ ਵਿੱਚੋਂ ਸੱਤ ਤੋਂ ਬਗੈਰ ਹੋਰ ਕੁਝ ਨਹੀਂ ਆਖਿਆ।
ਤਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ 7 ਦਿੱਤਾ। 7 ਹੁਕਮ ਮੰਨਣਾ, ਨਿਰੰਕਾਰ ਦੇ ਰਜ਼ਾ ਦੇ ਵਿੱਚ ਰਹਿਣਾ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਹਿੰਦੂ ਸੰਸਾਰ ਦੇ ਉੱਤੇ, ਗਰੀਬਾਂ ਦੇ ਉੱਤੇ ਕਿਰਪਾ ਕਰਕੇ ਸਾਨੂੰ ਸੇਵਾ ਸਿੱਖਣ ਦਾ, ਸੇਵਾ ਕਰਨ ਦੀ ਜਾਚ ਸਿਖਾਈ। 12 ਸਾਲ ਗਾਗਰ ਢੋਈ, ਪੁੱਠੇ ਪੈਰਾਂ ਨਾਲ ਜਾਣਾ, ਸਿੱਧੇ ਪੈਰਾਂ ਦੇ ਨਾਲ ਆਣਾ, ਇੱਕ ਦਿਨ ਵੀ ਵਿਘਨ ਨਾ ਪੈਣ ਦਿੱਤਾ, ਨਾਮ ਬਾਣੀ ਦੇਣ ਲੱਗੇ ਰਹੇ। ਤਾਂ ਇਹ ਸੇਵਾ ਇਸ ਸੰਸਾਰ ਦੀ ਝੋਲੀ ਦੇ ਵਿੱਚ ਪਾਈ। ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਦੀ ਝੋਲੀ ਦੇ ਵਿੱਚ ਨਿਮਰਤਾ ਪਾਈ। ਜੋ ਨਿਮਰਤਾ ਨਿਰੰਕਾਰ ਸੱਚੇ ਪਾਤਸ਼ਾਹ ਨੇ ਦਿਖਾਈ, ਅਗਾਂਹ ਜਿਸਲੇ ਸਤਿਗੁਰਾਂ ਦੀ ਬਾਣੀ ਸ਼ੁਰੂਆਤ ਹੋਏਗੀ ਉੱਥੇ ਵੀ ਉਹ ਨਿਮਰਤਾ ਦੀ ਗੱਲ ਜ਼ਰੂਰ ਖੁੱਲ੍ਹ ਕੇ ਕਰਾਂਗੇ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਇੱਕ ਅਲੌਕਿਕ ਜੀਵਨ ਹੈ। ਬਹੁਤ ਵੱਡਾ ਗਿਆਨ ਇਹਦੇ ਵਿੱਚੋਂ ਸਾਨੂੰ ਹਾਸਲ ਹੋ ਜਾਂਦਾ ਜਦੋਂ ਅਸੀਂ ਮਨ ਤੇ ਤਨ ਨੂੰ, ਆਪਣੀ ਆਤਮਾ ਤੇ ਚੇਤਨਾ ਨੂੰ ਇਕਾਗਰ ਕਰਕੇ ਇਸ ਇਤਿਹਾਸ ਨੂੰ, ਸਤਿਗੁਰ ਦੇ ਜੀਵਨ ਦੇ ਵਿੱਚ ਜੋ ਜੋ ਸਤਿਗੁਰਾਂ ਨੇ ਰਹਿਮਤਾਂ ਸੰਸਾਰ ਦੇ ਕੀਤੀਆਂ, ਉਹਨੂੰ ਅੰਦਰ ਵਸਾ ਲਵਾਂਗੇ। ਪੰਚਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੂ ਸੰਸਾਰ ਦੇ ਉੱਤੇ ਜੇ ਆਪਾਂ ਦੇਖਾਂਗੇ ਨਾ, ਜਦੋਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਹੋਸ਼ ਸੰਭਾਲੀ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਉਮਰ ਆਰਜਾ 13-14 ਸਾਲ ਦੀ ਹੈ, ਉਦੋਂ ਤੋਂ ਲੈ ਕੇ ਉਹਨਾਂ ਨੇ ਜਿਹੜਾ ਇਹ ਸੰਸਾਰ ਦੇ ਉੱਤੇ ਜਿੰਨਾ ਵੀ ਜੀਵਨ ਆਪਣਾ ਬਤੀਤ ਕੀਤਾ, ਇਹਦੇ ਵਿੱਚ ਸਭ ਤੋਂ ਵੱਡੇ ਦੁੱਖ ਨਿਰੰਕਾਰ ਨੂੰ ਆਏ। ਐਨੀ ਵਿਰੋਧਤਾ ਭਰਾ ਦੀ, ਪ੍ਰਿਥੀ ਚੰਦ ਦੀ ਵੱਡੀ, ਇਹ ਅਗਾਂਹ ਜਾ ਕੇ ਵੀ ਕਿਤੇ ਨਾ ਕਿਤੇ ਆਪ ਨਾਲ ਸਾਂਝੀ ਕਰਾਂਗੇ। ਅਗਰ ਤੁਸੀਂ ਸਾਡੇ ਨਾਲ ਜੁੜੇ ਰਹੇ, ਸਾਡੇ ਨੂੰ ਅਸੀਸਾਂ ਦਿੰਦੇ ਰਹੇ, ਸਾਥ ਦਿੰਦੇ ਰਹੇ। ਸੋ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਵਸਤੂਆਂ ਨੇ, ਇਹ ਜਿਹੜੀਆਂ ਦਾਤਾਂ ਨੇ ਸਾਨੂੰ ਦਿੱਤੀਆਂ, ਜਿਸ ਵੇਲੇ ਇਹੀ ਸਾਡੇ ਥੋਕ ਨੇ, ਇਹੀ ਸਾਡੀਆਂ ਉਹ ਪ੍ਰੇਮ ਦੀਆਂ ਦਾਤਾਂ ਨੇ, ਨਿਰੰਕਾਰ ਵੱਲੋਂ ਬਖਸ਼ਿਸ਼ ਹੋਈਆਂ। ਪਰ ਕਹਿੰਦੇ ਜਦੋਂ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਸ ਵੇਲੇ ਇਹ ਸਾਰੀਆਂ ਦਾਤਾਂ ਮਨ ਦੇ ਵਿੱਚ ਆਣ ਕੇ ਟਿਕ ਜਾਂਦੀਆਂ ਹਨ। ਜਨਮ ਪਦਾਰਥ ਸਫਲ ਹੈ, ਜੇ ਸੱਚਾ ਸ਼ਬਦ ਕਥ। ਸੰਸਾਰ ਦੇ ਉੱਤੇ ਆਏ ਹੋਏ ਜੀਵ ਦਾ ਜਨਮ ਜਿਹੜਾ ਉਹ ਸਫਲ ਹੋ ਜਾਂਦਾ। ਇੱਥੇ ਆਣ ਕੇ ਮਾਣ ਵਡਿਆਈਆਂ ਨਿਰੰਕਾਰ ਦੀ ਕਿਰਪਾ ਦੇ ਨਾਲ ਜਿਹੜਾ ਜੀ ਪਾਉਂਦਾ ਹੈ, ਤੇ ਇਥੋਂ ਆਪਣਾ ਜਨਮ ਸਫਲ ਕਰਕੇ ਜਾਂਦਾ ਹੈ। ਕਦੋਂ? ਜੇ ਸੱਚਾ ਸ਼ਬਦ ਕਥ, ਕਿਤੇ ਸੱਚੇ ਸ਼ਬਦ ਦੇ ਨਾਲ, ਵਾਹਿਗੁਰੂ ਦੇ ਕਿਰਪਾ ਦੇ ਨਾਲ ਉਹ ਸ਼ਬਦ ਪ੍ਰਗਟ ਹੋ ਜਾਵੇ, ਉਹਦੇ ਨਾਲ ਜਿਸ ਵੇਲੇ ਹਰ ਵੇਲੇ ਜੀਵ ਜੁੜਿਆ ਰਹੇ। ਗੁਰ ਤੇ ਮਹਿਲ ਪ੍ਰਾਪਤੇ, ਜਿਸ ਲਿਖਿਆ ਹੋਵੇ ਮਥ। ਗੁਰ ਤੇ ਮਹਲ ਪ੍ਰਾਪਤੇ, ਲੱਲੇ ਦੇ ਪੈਰ ਦੇ ਵਿੱਚ ਮਹਾਰਾਜ ਨੇ ਇੱਕ ਲਾਂ ਲਾਈ ਹੈ। ਸੋ ਇਦੋਂ ਮਤਲਬ ਇਹ ਨਿਕਲਦਾ, ਗੁਰੂ ਦੀ ਕਿਰਪਾ ਦੇ ਨਾਲ, ਨਾਮ ਜਪਣ ਦੇ ਨਾਲ ਸਾਨੂੰ ਉਹ ਆਪਣੇ ਨਿੱਜ ਘਰ ਦਾ ਗਿਆਨ ਹੋ ਜਾਂਦਾ ਹੈ। ਸਾਨੂੰ ਨਿੱਜ ਘਰ ਦੇ ਵਿੱਚ ਨਿਰੰਕਾਰ ਦੀ ਕਿਰਪਾ ਦੇ ਨਾਲ ਅਸਥਾਨ ਪ੍ਰਾਪਤ ਹੋ ਜਾਂਦਾ ਹੈ, ਜਿਸ ਵੇਲੇ ਸਾਡੇ ਕਰਮ ਜਿਹੜੇ ਨੇ ਉਹ ਨਿਰਮਲ ਬਣ ਜਾਂਦੇ ਨੇ। ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਦੂ ਸੰਸਾਰ ਦੇ ਉੱਤੇ ਰਹਿੰਦੇ ਰਹਿੰਦੇ ਜੀਵ ਦੇ ਮੱਥੇ ਦੇ ਉੱਤੇ ਲੇਖ ਜਿਹੜੇ ਨੇ ਉਹ ਸੱਚੇ ਤੇ ਉੱਚੇ ਲਿਖਣੇ ਸ਼ੁਰੂ ਕਰ ਦਿੰਦੇ ਨੇ। ਜਿਹੜਾ ਜੀਵ ਬੰਦਗੀ ਦੇ ਨਾਲ ਜੁੜ ਗਿਆ, ਉਹਦੇ ਲੇਖ ਮੱਲੋ ਮੱਲੀ ਉੱਚੇ ਤੇ ਸੁੱਚੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਉਹ ਨਿਰੰਕਾਰ ਦੀ ਕਿਰਪਾ ਦੇ ਨਾਲ ਉਸ ਨੂੰ ਆਪਣਾ ਸਹੀ ਘਰ ਪ੍ਰਾਪਤ, ਸਹੀ ਮਹੱਲ ਪ੍ਰਾਪਤ ਹੋ ਗਿਆ। ਮੇਰੇ ਮਨ ਏਕ ਸਿਉ ਚਿਤ ਲਾਏ। हे ਮੇਰੇ ਮਨਾ, ਤੂੰ ਉਹ ਅਕਾਲ ਪੁਰਖ ਨਿਰੰਕਾਰ, ਇੱਕ ਉਹ ਓੰਕਾਰ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਆਪਣੇ ਮਨ ਨੂੰ ਜੋੜ ਕੇ ਰੱਖ। ਏਕ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ। ਆਖਦੇ ਨੇ ਗੁਰੂ ਨਿਰੰਕਾਰ ਜੀ, ਕਹਿੰਦੇ ਨੇ ਇੱਕ ਅਕਾਲ ਪੁਰਖ ਤੋਂ ਬਗੈਰ
ਉਹਦੀ ਬੰਦਗੀ ਤੋਂ ਬਗੈਰ, ਇੱਕ ਵਾਹਿਗੁਰੂ ਤੋਂ ਬਗੈਰ ਬਾਕੀ ਸਭ ਕੁਝ ਇੱਥੇ ਜੋ ਹੈ ਉਹ ਧੰਦਾ ਰੂਪ ਹੀ ਹੈ। ਧੰਦਾ ਰੂਪ। ਹੁਣ ਉਹ ਧੰਦਾ ਰੂਪ ਕਿਹੜਾ, ਜਿਹੜਾ ਇੱਥੇ ਆਪਾਂ ਵਣਜ ਕਰਦੇ ਹਾਂ, ਜਿਹੜੀ ਹੋਰ ਕੱਚੀ ਵਣਜ ਕਰਦੇ ਆ, ਉਹ ਕਹਿੰਦੇ ਉਹ ਸਭ ਵਿਅਰਥ ਨੇ, ਜਿਹਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੇ ਮਿੱਥਿਆ ਨੇ, ਮਿੱਥ ਨੇ, ਇੱਕ ਦਿਨ ਸਾਰਿਆਂ ਨੇ ਖਤਮ ਹੋ ਜਾਣਾ, ਸਾਡਾ ਸਾਥ ਛੱਡ ਜਾਣਾ ਹੈ। ਇਹ ਜਿਹੜੇ ਮੋਹ ਮਾਇਆ ਦਾ ਵੀ ਸਾਡੇ ਅੰਦਰ ਪ੍ਰੇਮ ਹੁੰਦਾ ਹੈ, ਮੋਹ ਪੈ ਗਿਆ, ਪ੍ਰੇਮ ਪੈ ਗਿਆ ਮਾਇਆ ਦੇ ਨਾਲ, ਕਹਿੰਦੇ ਇਹ ਵੀ ਸਾਰਾ ਮਿੱਥ ਹੈ। ਜਿੱਦਣ ਤੂੰ ਇਹਦੂ ਸੰਸਾਰ ਦੇ ਉੱਤੇ ਰਹਿੰਦੇ ਰਹਿੰਦੇ ਨੇ ਨਾਮ ਨੂੰ ਭੁਲਾ ਦਿੱਤਾ, ਤਾਂ ਫਿਰ ਕੀ ਹੁੰਦਾ, ਇਹ ਸਾਰੇ ਤੇਰੇ ਕੀਤੇ ਹੋਏ ਧੰਦੇ ਜਿਹੜੇ ਨੇ ਇਹ ਬਿਲਕੁਲ ਤੇਰਾ ਕਿਤੇ ਵੀ ਸਾਥ ਨਹੀਂ ਦੇਣਗੇ। ਰਹਾਓ ਲੱਖ ਖੁਸ਼ੀਆਂ ਪਾਤੇ ਸਾਈਆਂ, ਜੇ ਸਤਿਗੁਰ ਨਦਰ ਕਰੇ। ਇਸ ਬਚਨ ਦੇ ਅਰਥ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਹਾਂ। ਸਤਿਗੁਰ ਨੇ ਜਿਹਦੇ ਆਪਾਂ ਪਦਾਰਥਾਂ ਦੀ ਗੱਲ ਕਰ ਰਹੇ ਸਾਂ, ਉੱਥੇ ਇੱਕ ਜਿਹਾ ਹੋਰ ਵੀ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਜਿਹੜੇ ਗੁਰਮੁਖਾਂ ਨੇ ਕਮਾਈਆਂ ਕੀਤੀਆਂ, ਉਹਨਾਂ ਨੇ ਕਿਹਾ ਵੀ 4 ਪਦਾਰਥ ਨੇ ਸੰਸਾਰ ਦੇ ਉੱਤੇ, ਉਹ ਵੀ ਅਕਾਲ ਪੁਰਖ ਵੱਲੋਂ ਇਹ ਸ਼ਬਦ ਦੇ ਵਿੱਚ ਨਾਮ ਜਪਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਲਾਉਂਦੇ ਨੇ, ਪ੍ਰੇਰਨਾ ਦਿੰਦੇ ਨੇ। ਤਾਂ ਕਹਿੰਦੇ ਨੇ ਸਭ ਤੋਂ ਪਹਿਲਾਂ ਜਨਮ ਪਦਾਰਥ, ਇਹ ਜਿਹੜਾ ਸਾਡਾ ਜਨਮ ਹੈ ਇਹ ਵੀ ਇੱਕ ਪਦਾਰਥ ਹੈ, ਨਿਰੰਕਾਰ ਵੱਲੋਂ ਸਾਨੂੰ ਬਖਸ਼ਿਸ਼ ਕੀਤਾ ਹੋਇਆ, ਇੱਕ ਦਾਤ ਬਖਸ਼ਿਸ਼ ਕੀਤੀ ਹੋਈ ਹੈ, ਜਿਹੜਾ ਜਨਮ ਪਦਾਰਥ ਹੈ। ਦੂਸਰਾ ਹੈ ਭਾਈ ਨਾਮ ਪਦਾਰਥ, ਨਾਮ ਦੀ ਵੀ ਦਾਤ ਅਸੀਂ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਹੀ ਮਿਲਣੀ ਹੈ। ਆਪਣੇ ਪਿਆਰੇ ਨੂੰ ਜਿੱਥੇ ਸਤਿਗੁਰੂ ਜੀ ਨਾਮ ਦੀ ਆਪਣੇ ਜਨਮ ਦੀ ਦਾਤ ਦਿੰਦੇ ਨੇ, ਉੱਥੇ ਨਾਮ ਦੀ ਦਾਤ ਵੀ ਸਤਿਗੁਰਾਂ ਦੇ ਕੋਲੋਂ ਹੀ ਪ੍ਰਾਪਤ ਹੁੰਦੀ ਹੈ। ਤੀਜਾ ਹੈ ਪ੍ਰੇਮ ਪਦਾਰਥ, ਜਿਹੜਾ ਸਾਡੇ ਅੰਦਰੋਂ ਅਟੁੱਟ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਪ੍ਰੇਮ ਉਜਾਗਰ ਹੋਣਾ, ਇਹ ਵੀ ਪਦਾਰਥ ਅਕਾਲ ਪੁਰਖ ਦੀ ਕਿਰਪਾ ਦੇ ਕੋਲੋਂ, ਅਕਾਲ ਪੁਰਖ ਦੀ ਦਾਤ ਕੋਲੋਂ ਹੀ ਦਾਤ ਮਿਲਦੀ ਹੈ। ਤੇ ਚੌਥਾ ਹੈ ਭਾਈ ਗਿਆਨ, ਜੇ ਗਿਆਨ ਨਹੀਂ ਸਾਡੇ ਕੋਲ ਹੋਏਗਾ ਤੇ ਫਿਰ ਅਸੀਂ ਅਗਿਆਨੀ ਹੋਵਾਂਗੇ, ਔਰ ਸਾਨੂੰ ਜਨਮ ਦੀ ਵਿੱਚ, ਇਸ ਜਨਮ ਦੇ ਵਿੱਚ ਆਣ ਕੇ ਜੀਵਨ ਦੀ ਜਾਂਚ ਦਾ ਨਹੀਂ ਪਤਾ ਲੱਗੇਗਾ। ਸੋ ਸਤਿਗੁਰ ਕਹਿੰਦੇ ਨੇ ਜਦੋਂ ਇਹ ਸਾਰੇ ਪਦਾਰਥਾਂ ਨੂੰ ਤੂੰ ਧੰਨ ਧੰਨ ਤੇ ਉਹ ਅਕਾਲ ਪੁਰਖ ਦੀ ਦਾਤ ਸਮਝਣ ਲੱਪਿਆ, ਕਹਿੰਦੇ ਵੀ ਨਿਰੰਕਾਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਕਹਿੰਦੇ ਨੇ ਵੀ ਜਦੋਂ ਤੂੰ ਨਾਮ ਜਪਣ ਲੱਪਿਆ, ਤੈਨੂੰ ਮਿੱਥ ਜਿਹੜੀਆਂ ਚੀਜ਼ਾਂ ਨੇ ਤੇਰਾ ਸਾਥ ਨਹੀਂ ਦੇਣਾ, ਉਹਨਾਂ ਦਾ ਗਿਆਨ ਹੋ ਗਿਆ। ਇਹ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਜਿਹੜੀ ਤੂੰ ਅਰਦਾਸ ਕਰੇਗਾ, ਫਰਿਆਦ ਕਰੇਗਾ, ਉਹ ਇੱਕ ਨਹੀਂ, ਮਹਾਰਾਜ ਕਹਿੰਦੇ ਨੇ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਇੱਥੇ ਜੇ ਰੱਖ ਦਿੱਤੀ ਮਹਾਰਾਜ ਨੇ, ਪਹਿਲਾਂ ਵੀ ਸਭੇ ਥੋਕ ਪ੍ਰਾਪਤ ਤੇ ਜੇ ਆਵੇ ਇੱਕ ਹੱਥ, ਉੱਥੇ ਵੀ ਜੇ ਮਹਾਰਾਜ ਨੇ ਲਿਖੀ ਤੇ ਇੱਥੇ ਵੀ ਜੇ। ਇਹ ਜੇ ਤਾਂ ਹੀ ਮਿਟਾਈ ਜਾ ਸਕਦੀ ਹੈ ਜਦੋਂ ਅਸੀਂ ਸੇਵਾ ਸਿਮਰਨ ਤੇ ਬੰਦਗੀ ਦੇ ਵਿੱਚ ਬੈਠ ਕੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਜਿਹੜੀ ਨੌਦਾ ਭਗਤੀ, 9 ਤਰ੍ਹਾਂ ਦੀ ਭਗਤੀ, ਉਹਦੇ ਵਿੱਚੋਂ ਪਹਿਲੇ ਆ ਭਗਤੀ ਤੋਂ ਸ਼ੁਰੂਆਤ ਕਰ ਲਵਾਂਗੇ, ਫਿਰ ਜੇ ਖਤਮ ਹੋ ਜੂ। ਫਿਰ ਸਾਡੇ ਵਿੱਚ ਜੇ ਦਾ ਮਤਲਬ ਦੂਰੀ ਵੀ ਹੁੰਦਾ ਹੈ, ਸਾਡੇ ਵਿੱਚ ਜਿਹੜੀ ਤੇ ਅਕਾਲ ਪੁਰਖ ਦੇ ਵਿੱਚ ਦੂਰੀ ਪਈ ਹੈ ਉਹ ਖਤਮ ਹੋ ਜਾਏਗੀ। ਕਹਿੰਦੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰਕੇ ਉਸ ਪਿਆਰੇ ਨੂੰ ਜਿਹੜਾ ਨਾਮ ਬਾਣੀ ਦੇ ਨਾਲ ਜੁੜ ਗਿਆ, ਸੇਵਾ ਨਾਲ ਜੁੜ ਗਿਆ, ਜਨ ਬਣ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਆ ਢਹਿ ਪਿਆ, ਸਤਿਗੁਰ ਉਹਦੇ ਉੱਤੇ ਰਹਿਮਤ ਕਰਕੇ ਸਾਰੀਆਂ ਖੁਸ਼ੀਆਂ ਉਸ ਨੂੰ ਪ੍ਰਦਾਨ ਕਰ ਦਿੰਦੇ ਹਨ। ਨਿਮਖ ਏਕ ਹਰਿ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਉਹ ਤਾਂ ਦਿਆਲੂ ਕਿਰਪਾਲੂ ਇੰਨੇ ਮਿਹਰਬਾਨ ਨੇ। ਕਹਿੰਦੇ ਇੱਕ ਨਿਮਖ, ਨਿਮਖ ਦਾ ਹੁੰਦਾ ਜਿਸ ਵੇਲੇ ਅੱਖ ਮੀਚੜੀ ਤਾਂ ਬੰਦ ਕਰਨ ਖੋਲਣੀ, ਇੰਨਾ ਸਮਾਂ ਅਕਾਲ ਪੁਰਖ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੇ ਨਾਲ ਜੋੜ ਲਵੇ। ਇਹ ਜਿਹੜਾ ਮਨ ਮੇਰਾ ਹੈ ਤੇ ਤਨ ਜਿਹੜਾ ਹੈ ਮੇਰਾ, ਦੋਨੋਂ ਮਨ ਤੇ ਤਨ ਜਿਹੜੇ ਕਈ ਵਾਰ ਭਟਕਣ ਦੇ ਵਿੱਚ ਹੀ ਜੀਵਨ ਬਤੀਤ ਕਰ ਦਿੰਦੇ ਨੇ, ਕਹਿੰਦੇ ਇਹ ਸੀਤਲ ਹੋ ਜਾਂਦੇ ਹਨ। ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ। ਜਿਸ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ, ਪੂਰਬਲੇ ਕਰਮਾਂ ਦੇ ਕਾਰਨ ਕਰਕੇ ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਨਸੀਬ ਹੋ ਗਿਆ। ਭਾਈ ਹੁਣ ਚਰਨ ਕੀ ਨੇ? ਇਹ ਜਿਹੜਾ ਬਚਨ ਹੈ ਚਰਨ ਦਾ ਨਾਂ, ਇਹ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਏਗਾ, ਬਹੁਤ ਵਾਰ। ਪਰ ਜਿਹੜੇ ਸਰੀਰ ਦੇ ਬਾਕੀ ਅੰਗ ਨੇ ਉਹ ਇੰਨੀ ਵਾਰ ਨਹੀਂ ਆਉਣਗੇ। ਚਰਨ ਵਾਰ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਦੱਸਦੇ ਨੇ।
ਇੱਥੇ ਚਰਨ ਵੀ ਕਹੇ ਨੇ, ਚਰਨ ਕਮਲ ਵੀ ਆਖਿਆ ਹੋਇਆ ਹੈ। ਭਈ ਚਰਨ ਕਮਲ ਦਾ ਵੀ ਗਿਆਨ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਦਿੰਦੇ ਨੇ। ਇਹ ਚਰਨ ਹੈ ਕੀ? ਚਰਨ ਵੈਸੇ ਜੇ ਆਪਾਂ ਠੇਠ ਪੰਜਾਬੀ ਦੇ ਵਿੱਚ ਇਹਦੇ ਅਰਥ ਕਰਾਂਗੇ, ਇਹ ਬਣਦੇ ਨੇ ਪੈਰ। ਹੁਣ ਨਿਰੰਕਾਰ ਤਾਂ ਨਿਰਗੁਣ ਰੂਪ ਨੇ, ਸਰਗੁਣ ਰੂਪ ਜਿਹੜੇ ਅਸੀਂ ਹਾਂ। ਸਾਡੇ ਅੰਦਰ ਜਿਸ ਵੇਲੇ ਜੋਤ ਨਾਮ ਪ੍ਰਗਟ ਹੋ ਜਾਂਦਾ, ਉਸ ਵੇਲੇ ਸਰਗੁਣ ਸਰੂਪ ਅਕਾਲ ਪੁਰਖ ਦੇ ਦਰਸ਼ਨ ਅਸੀਂ ਹਰ ਵਸਤੂ ਦੇ ਵਿੱਚ ਦੇਖਣੇ ਸ਼ੁਰੂ ਕਰ ਦਿੰਦੇ ਹਾਂ। 84 ਲੱਖ ਜੂਨ ਦੇ ਵਿੱਚ ਦੱਸਣੇ ਸਾਨੂੰ ਸ਼ੁਰੂ ਹੋ ਜਾਂਦੇ ਨੇ। ਪਰ ਸਤਿਗੁਰ ਨਿਰਗੁਣ ਸਰੂਪ ਦੇ ਵਿੱਚ ਜਿਸ ਵੇਲੇ ਇੱਥੇ ਗੱਲ ਕਰਦੇ ਨੇ ਵੀ ਉਹ ਜਿਹੜੇ ਚਰਨ ਨੇ, ਤਿੰਨ ਸਤਿਗੁਰ ਚਰਨ ਗਏ, ਉਹ ਕਿਹੜੇ ਚਰਨ ਨੇ? ਮਹਾਰਾਜ ਗਿਆਨ ਦਿੰਦੇ ਨੇ। ਜਿੱਥੇ ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ, ਕਬੀਰ ਜੀ ਉਹਨਾਂ ਨੇ ਚਰਨ ਕਮਲ ਵੀ ਆਖਿਆ ਹੈ। ਕਹਿੰਦੇ ਨੇ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਹੁਣ ਦੇਖੋ ਕਬੀਰ ਜੀ ਕੀ ਕਮਾਲ ਦੀ ਗੱਲ ਕਰਦੇ ਨੇ। ਕਹਿੰਦੇ ਮੈਂ ਸਵਰਗ ਦੀ ਆਸ ਤੇ ਨਰਕ ਤੋਂ ਤਾਂ ਮੈਂ ਬਚ ਕੇ ਹੀ ਰਹਿ ਗਿਆ ਜਦੋਂ ਮੈਂ ਸਤਿਗੁਰ ਦੀ ਕਿਰਪਾ, ਸਤਿਗੁਰ ਦੇ ਰਹਿਮਤ ਤੇ ਕਿਰਪਾ ਦੇ ਨਾਲ ਕਿੱਥੇ? ਕਹਿੰਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਔਰ ਆਦ। ਕਹਿੰਦੇ ਜਦੋਂ ਮੈਂ ਨਿਰੰਕਾਰ ਦੀ ਬੰਦਗੀ ਦੇ ਵਿੱਚ, ਇੱਥੇ ਜਿਹੜਾ ਸ਼ਬਦ ਹੈ ਚਰਨ ਹੈ, ਚਰਨ ਨਿਰੰਕਾਰ ਦਾ ਸ਼ਬਦ ਹੈ ਭਾਈ। ਕਹਿੰਦੇ ਜਦੋਂ ਉਹ ਸ਼ਬਦ ਮੇਰੇ ਅੰਦਰ ਟਿਕ ਗਿਆ ਆਣ ਕੇ, ਕਹਿੰਦੇ ਮੈਂ ਸਤਿਗੁਰ ਸੱਚੇ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਆਨੰਦ ਖੇੜੇ, ਉਹਦੀ ਰਹਿਮਤ ਦੇ ਵਿੱਚ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਮੇਰੇ ਲਾਗੇ ਨਹੀਂ ਆ ਸਕਦਾ। ਮੈਂ ਆਦ ਤੇ ਔਰ ਅੰਤ ਤੇ ਔਰ ਆਦ, ਸ਼ੁਰੂਆਤ ਤੋਂ ਅਖੀਰ ਤੱਕ ਇੱਥੇ ਤੱਕ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੁੰਦਾ ਹਾਂ। ਨਾਲ ਹੀ ਕਰ ਦਿੱਤਾ। ਮਾਰੇ ਕਹਿੰਦੇ ਨੇ, ਕਹਿੰਦੇ ਫਿਰ ਮੈਂ ਇਹਦਾ ਬਿਆਨ ਨਹੀਂ ਕਰ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕਹਿ ਕੈਸੇ ਅਨੁਮਾਨ। ਕਿਸ ਤਰ੍ਹਾਂ ਮੈਂ ਉਹ ਮੌਜ ਦਾ ਬਿਆਨ ਇਸ ਸੰਸਾਰ ਨੂੰ ਦੱਸਾਂ? ਕਹਿੰਦੇ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਪਰ ਕਹਿੰਦੇ ਕਹਿਣ ਦੇ ਨਾਲ, ਬਿਆਨ ਕਰਨ ਦੇ ਨਾਲ ਉਹ ਉਸ ਦੀ ਵਡਿਆਈ ਹੋ ਹੀ ਨਹੀਂ ਸਕਦੀ। ਉਹ ਇੰਨੀ ਉੱਚੀ ਤੇ ਸੱਚੀ ਆ ਭਾਈ। ਕਹਿੰਦੇ ਜਿਸ ਦਾ ਜ਼ਿਕਰ ਤੂੰ ਉਸ ਦਾ ਗਿਆਨ ਉਦਣ ਤੈਨੂੰ ਪੂਰਾ ਮਿਲੇਗਾ ਜਿੱਦਣ ਤੂੰ ਸੱਚਮੁੱਚ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ, ਸਤਿਗੁਰ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਇਹ ਜਨਮ ਤੇ ਮਰਨ ਨੂੰ ਦੋਨਾਂ ਨੂੰ ਖਤਮ ਕਰ ਦਿੱਤਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਦੇ ਉੱਤੇ ਕਿਰਪਾ ਕਰਦੇ ਨੇ। ਕਹਿੰਦੇ ਵੀ ਚਰਨ ਹੈ ਕੀ ਚੀਜ਼ ਹੈ? ਜਿਹੜੇ ਚਰਨ ਨੇ ਉਹ ਚਰਨਾਂ ਨੂੰ ਕਿਸ ਤਰ੍ਹਾਂ ਸਾਨੂੰ ਚਰਨਾਂ ਦਾ ਗਿਆਨ ਦਿੰਦੇ ਨੇ। ਅੱਖਾਂ, ਕੰਨ, ਨੱਕ, ਜੇਬਾ, ਇਹਨਾਂ ਨੂੰ ਸਤਿਗੁਰਾਂ ਨੇ ਸੰਬੋਧਨ ਕੀਤਾ, ਇਹਨਾਂ ਨੂੰ ਸੁਚੇਤ ਕੀਤਾ। ਪਰ ਚਰਨਾਂ ਤੋਂ ਬਗੈਰ, ਚਰਨਾਂ ਨੂੰ ਮਹਾਰਾਜ ਨੇ ਬਹੁਤ ਜਗ੍ਹਾ ਦੇ ਉੱਤੇ ਆਪਣੇ ਹਿਰਦੇ ਦੇ ਵਿੱਚ ਰੱਖਣ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ। ਤਾਂ ਹੀ ਆਪਾਂ ਪਹਿਲਾਂ ਵੀ ਇਹੀ ਕੀਤਾ ਸੀ, ਹਰ ਹਰ ਚਰਨ ਹਿਰਦੇ ਔਰ ਧਾਰੀ। ਉੱਥੇ ਚਰਨ ਬਣਦਾ ਹੈ ਸਤਿਗੁਰ ਦਾ ਸ਼ਬਦ। ਤੇ ਕਈ ਵਾਰ ਜਦੋਂ ਮਹਾਰਾਜ ਕਹਿੰਦੇ ਨੇ ਵੀ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਾ, ਉੱਥੇ ਜਨ ਬਣ ਕੇ ਆਪਣੇ ਆਪ ਨੂੰ ਗੁਰੂ ਨੂੰ ਤੂੰ ਸਮਰਪਿਤ ਕਰ ਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਸ਼ਬਦ ਹੁੰਦਾ ਬਾਣੀ ਦੇ ਵਿੱਚ, ਇਹਦੇ ਵਿੱਚੋਂ ਸਾਨੂੰ ਇਹ ਪੂਰਾ ਗਿਆਨ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਕਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹੜੇ ਰੂਪ ਦੇ ਵਿੱਚ ਸਾਨੂੰ ਸਮਝਾਇਆ ਵੀ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਨੇ ਹਿਰਦੇ ਦੇ ਵਿੱਚ ਕੀ ਹੈ। ਕਹਿੰਦੇ ਹਿਰਦੇ ਚਰਨ, ਹਿਰਦੇ ਚਰਨ, ਹਿਰਦੇ ਦੇ ਵਿੱਚ ਨਿਰੰਕਾਰ ਦੇ ਚਰਨ ਕਿਸ ਰੂਪੀ ਆ? ਕਹਿੰਦੇ ਸ਼ਬਦ ਸਤਿਗੁਰ ਕੋ, ਜਿਹੜਾ ਸਤਿਗੁਰ ਦਾ ਸ਼ਬਦ ਹੈ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨ ਨੇ। ਨਾਨਕ ਬੰਧਿਓ ਪਾਲ। ਕਹਿੰਦੇ ਮੈਂ ਉਹ ਜਿਹੜੇ ਚਰਨ ਨਿਰੰਕਾਰ ਦਾ ਸ਼ਬਦ ਹੈ ਹਿਰਦੇ ਦੇ ਵਿੱਚ ਇਸ ਤਰ੍ਹਾਂ ਰੱਖ ਲਿਆ ਜਿੱਦਾਂ ਮੈਂ ਕਿਸੇ ਵਸਤੂ ਨੂੰ ਕੱਪੜੇ ਦੇ ਵਿੱਚ ਬੰਨ੍ਹ ਕੇ ਹਰ ਵੇਲੇ ਆਪਣੇ ਨਾਲ ਰੱਖਣੀ। ਬਹੁਤ ਲੰਬਾ ਸ਼ਬਦ ਤਾਂ ਨਹੀਂ ਹੈ ਇਹ, ਪਰ ਜਿਨ੍ਹਾਂ ਨੇ ਇਹ ਗਾਹਾਂ ਜਦੋਂ ਆਏਗਾ ਇਹਦੇ ਆਪਾਂ ਅਰਥ ਗਾਹਾਂ ਕਰਾਂਗੇ। ਨੇਤਰ ਪ੍ਰੀਤ ਭਏ ਦਰਸ ਵੇਖੇ ਮਾਥੇ ਪਰੂ ਹਵਾਲ ਅਰਵਾਲ। ਜਦੋਂ ਇਹ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਜਾਏਗਾ ਫਿਰ ਸਾਨੂੰ ਗਿਆਨ ਹੋ ਜਾਏਗਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਚਰਨਾਂ ਦੀ ਗੱਲ ਕਰਦੇ ਨੇ ਉਹ ਸ਼ਬਦ ਦੀ ਗੱਲ ਕਰਦੇ ਨੇ। ਕਹਿੰਦੇ ਜਿਨ੍ਹਾਂ ਨੂੰ ਮਾਲਕ ਦੀ ਕਿਰਪਾ ਹੋ ਗਈ, ਜਿਨ੍ਹਾਂ ਦੇ ਕਰਮ ਉਹ ਬਣ ਗਏ, ਜਿਹੜੇ ਕਰਮਾਂ ਦੇ ਨਾਲ ਪ੍ਰੀਤਮ ਜੀ ਖੁਸ਼ ਹੋ ਗਏ, ਤਾਂ ਫਿਰ ਉਹਨਾਂ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਦਾ ਚਰਨ ਜਿਹੜਾ ਹਿਰਦੇ ਦੇ ਵਿੱਚ ਟਿਕ ਗਿਆ। ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ। ਨਿਰੰਕਾਰ ਕਹਿੰਦੇ ਨੇ ਸਫਲ ਮੂਰਤ,
ਹੁਣ ਮੂਰਤ ਦੇ ਅਰਥ ਜਿਹੜੇ ਨਿਕਲਦੇ ਨੇ ਉਹ ਹਨ ਮਹੂਰਤ। ਕਹਿੰਦੇ ਇੱਥੇ ਸਮੇਂ ਦੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ। ਕਹਿੰਦੇ ਸਫਲ ਮਹੂਰਤ ਉਹੀ ਹੈ। ਮਹੂਰਤ ਦਾ ਭਾਈ 2 ਘੜੀਆਂ ਦਾ ਸਮਾਂ, 1 ਘੜੀ 25 ਮਿੰਟ ਦੀ। ਜਦੋਂ ਵਿਆਹਾਂ ਸ਼ਾਦੀਆਂ ਦੇ ਉੱਤੇ ਅੱਜ ਵੀ ਜਿਹੜੇ ਪੰਡਤ ਨੇ ਜਾਂ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਲੋਕ ਜਾ ਕੇ ਬੱਚੇ ਦਾ ਲਿਖਾਇਆ ਹੋਇਆ ਟੇਵਾ ਦਿਖਾਉਂਦੇ ਨੇ, ਫਿਰ ਪੁੱਛਦੇ ਨੇ ਵੀ ਪੰਡਤ ਜੀ ਮਹੂਰਤ ਕੱਢੋ, ਕਿਹੜੇ ਦਿਨ, ਕਿਹੜੀ ਘੜੀ, ਕਿਹੜੇ ਪਲ ਇਹ ਸ਼ਾਦੀ ਹੋ ਸਕਦੀ ਆ, ਜਾਂ ਕੋਈ ਕਾਰਜ ਜਿਹੜਾ ਕਿਸੇ ਨੇ ਬਿਜ਼ਨਸ ਸ਼ੁਰੂ ਕਰਨੀ ਹੁੰਦੀ ਹੈ ਫਿਰ ਵੀ ਉਹ ਮਹੂਰਤ ਕਢਾਉਂਦੇ ਨੇ। ਮਹਾਰਾਜ ਕਹਿੰਦੇ ਵੀ ਉਹ ਜਿਹੜਾ ਮਹੂਰਤ ਹੈ ਜਿਹੜਾ ਤਕਰੀਬਨ 50 ਮਿੰਟ ਦਾ ਹੈ, ਕਹਿੰਦੇ ਉਹ ਸਫਲ ਹੈ। ਤੇ ਕੱਲਾ ਮਹੂਰਤ ਹੀ ਸਫਲ ਨਹੀਂ, ਕਹਿੰਦੇ ਘੜੀ ਜਿਹੜੀ 25 ਮਿੰਟ ਹੈ ਉਹ ਵੀ ਸਫਲ ਹੈ। ਕਦੋਂ? ਜਦੋਂ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਸਾਡਾ ਪ੍ਰੇਮ ਐਸਾ ਪੈ ਗਿਆ, ਅਸੀਂ ਬਸਮਾਤ ਰੂਪ ਦੇ ਵਿੱਚ ਚਲੇ ਗਏ। ਤੇ ਕਬੀਰ ਜੀ ਕਹਾਂ ਜਾ ਕੇ ਕਹਿੰਦੇ ਨੇ, ਏਕ ਘਰੀ ਆਦੀ ਹੂੰ ਤੋ ਆਦ, ਭਗਤਨ ਸੇਤੀ ਗੋਸਤੇ ਜੋ ਕੀਨੋ ਸੋ ਲਾਭ। ਇਹ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਸਮੇਂ ਦੀ ਵੰਡ ਕੀਤੀ ਹੈ ਵੀ ਕਿਤੇ ਉਹ ਅਕਾਲ ਪੁਰਖ ਨਾਲ ਮਨ ਜੁੜ ਜਾਵੇ, ਟਿਕਾ ਦੇ ਵਿੱਚ ਆ ਜਾਵੇ, ਫਿਰ ਭਾਈ ਇਹ ਸਮਾਂ ਜਿਹੜਾ ਹੈ ਉਹ ਨਿਰੰਕਾਰ ਦੀ ਕਿਰਪਾ ਦੇ ਨਾਲ ਸਾਡਾ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਦੁਖ ਸੰਤਾਪ ਨਾ ਲੱਗਈ, ਜਿਸ ਹਰ ਕਾ ਨਾਮ ਆਧਾਰ। ਜਿਹੜੇ ਪ੍ਰੀਤਮ ਦਾ ਨਾਮ, ਪ੍ਰੀਤਮ ਦੇ ਨਾਮ ਦਾ ਆਸਰਾ ਬਣਾ ਲੈਂਦੇ ਨੇ, ਆਧਾਰ ਕਹਿੰਦੇ ਨੇ ਆਸਰਾ। ਜਿਹੜੇ ਜਿਨ੍ਹਾਂ ਨੇ ਸਹਾਰਾ ਤੇ ਆਸਰਾ ਨਾਮ ਨੂੰ ਬਣਾ ਲਿਆ, ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦੇ ਵੀ ਨਿਰੰਕਾਰ ਵਿਕਾਰ ਆਣ ਕੇ ਨਹੀਂ ਛੂਹ ਸਕਦੇ। ਨਿਰੰਕਾਰ ਹੱਥ ਦੇ ਕੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ, ਕਿਸੇ ਤਰ੍ਹਾਂ ਦਾ ਦੁੱਖ ਸੰਤਾਪ ਲਾਗੇ ਨਹੀਂ ਆਉਣ ਦਿੰਦੇ। ਬਾਹਾਂ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਇਸ ਭਵ ਸਾਗਰ ਦੇ ਵਿੱਚੋਂ ਨਿਰੰਕਾਰ ਆਪਣੇ ਪਿਆਰੇ ਦੀ ਬਾਹ ਫੜ ਕੇ ਜਿਹੜੇ ਗੁਰਮੁਖ ਬਣ ਗਏ, ਜਿਹੜੇ ਨਾਮ ਨਾਲ ਜੁੜ ਗਏ, ਸਤਿਗੁਰ ਤੇ ਜਿਨ੍ਹਾਂ ਦੇ ਉੱਤੇ ਰਹਿਮਤ ਹੋ ਗਈ, ਉਹਨਾਂ ਨੂੰ ਬਾਹ ਫੜ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਦੇ ਜਹਾਜ਼ ਦੇ ਉੱਤੇ ਚੜ੍ਹ ਕੇ ਇਹ ਭਵ ਸਾਗਰ ਅੱਗ ਦੇ ਸਮੁੰਦਰ ਦੇ ਵਿੱਚੋਂ ਪਾਰ ਕਰ ਦਿੰਦੇ ਹਨ। ਥਾਨ ਸੁਹਾਵਾ ਪਵਿੱਤ ਹੈ, ਜਿੱਥੇ ਸੰਤ ਸਭਾ। ਉਹ ਥਾਨ, ਉਹ ਜਗ੍ਹਾ ਪਵਿੱਤਰ ਹੈ। ਕਿਹੜੀ? ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਹੋ ਰਹੀ ਹੋਵੇ, ਜਿੱਥੇ ਸੰਤ ਬੈਠ ਕੇ ਸੰਤਾਂ ਦੀ ਸੰਗਤ ਹੋਵੇ, ਉੱਥੇ ਸਭਾ ਬਣੀ ਹੋਵੇ, ਉਹ ਪ੍ਰੀਤਮ ਦੀਆਂ ਵਡਿਆਈਆਂ ਕਰ ਰਹੇ ਹੋਣ, ਇੱਕ ਦੂਜੇ ਦੇ ਨਾਲ ਚਰਚਾ ਕਰ ਰਹੇ ਹੋਣ। ਹੁਣ ਇਹ ਜਿਹੜੀ ਚਰਚਾ ਹੁੰਦੀ ਹੈ, ਇਹ ਇੱਕ ਸੋਭਨੀਕ ਜਗ੍ਹਾ ਬਣ ਜਾਂਦੀ ਹੈ। ਜਿੱਦਾਂ ਗੁਰੂ ਘਰ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਸੱਚਮੁੱਚ ਹੀ ਜਿਹੜੇ ਗਿਆਨ ਲੈਣ ਜਾਂਦੇ ਨੇ, ਉਹ ਵੀ ਉਹਨਾਂ ਨੂੰ ਉਹ ਲੱਗ ਪੈਂਦਾ ਹੈ ਵੀ ਇਹ ਜਿਹੜਾ ਮਾਲਕ ਨੇ ਬਚਨ ਉਚਾਰਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾਂ। ਉਹਦੀ ਜਗ੍ਹਾ ਦੇ ਫਿਰ ਗੁਰੂ ਕਾ ਪਿਆਰਾ ਧੂੜ ਚੱਕ ਕੇ, ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਚੱਕ ਕੇ ਮੱਥੇ ਨੂੰ ਲਾਉਂਦਾ ਹੈ। ਤੇ ਸਤਿਗੁਰ ਕਹਿੰਦੇ ਨੇ, ਜਿੱਥੇ ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਸ਼ੁਰੂ ਹੋ ਗਈ, ਜਿੱਥੇ ਬੰਦਗੀ ਹੋ ਰਹੀ ਹੈ, ਉਹੀ ਸੋਭਨੀਕ ਅਸਥਾਨ ਹੈ। ਟੋਈ ਤਿਸ ਹੀ ਨੂੰ ਮਿਲੈ, ਜਿਨ ਪੂਰਾ ਗੁਰੂ ਲਬਾ। ਫਿਰ ਉਹਨਾਂ ਨੂੰ ਹੀ ਆਸਰਾ ਸਤਿਗੁਰ ਦਾ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੇ ਪੂਰੇ ਗੁਰੂ ਨੂੰ ਲੱਭ ਲਿਆ। ਨਾਨਕ ਬੱਧਾ ਕਰ ਤਾਹਾਂ, ਜਿੱਥੇ ਮਿਰਤ ਨ ਜਨਮ ਜਰਾ। ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਘਰ ਜਿਹੜਾ ਪਹਿਲਾਂ ਕਹਿੰਦੇ ਗੁਰ ਤੇ ਮਹਲ ਪ੍ਰਾਪਤੇ, ਤੇ ਉਹ ਘਰ ਗੁਰਮੁਖਾਂ ਨੂੰ ਪ੍ਰਾਪਤ ਹੋ ਗਿਆ, ਜਿੱਥੇ ਨਾ ਜਨਮ ਹੈ ਤੇ ਨਾ ਹੀ ਉੱਥੇ ਮਰਨ ਦਾ ਦੁੱਖ ਹੈ, ਨਾ ਉੱਥੇ ਵਡੇਪੇ ਦਾ ਦੁੱਖ ਹੈ, ਤੇ ਨਾ ਹੀ ਜੰਮਣ ਦਾ ਦੁੱਖ ਹੈ। ਸ੍ਰੀ ਰਾਗ ਮਹਲਾ ਪੰਜਵਾਂ। ਸੋਈ ਧਿਆਈਐ ਜੀਅੜੇ, ਸਿਰ ਸਾਹਾਂ ਪਾਤ ਸਾਹੁ। ਹੇ ਸੰਸਾਰ ਦੇ ਜੀਵ, ਉਹ ਅਕਾਲ ਪੁਰਖ ਨਿਰੰਕਾਰ ਦੀ ਬੰਦਗੀ ਕਰ, ਜਿਹੜਾ ਸਾਰੇ ਸ਼ਾਹਾਂ ਦਾ ਪਾਤਸ਼ਾਹ ਹੈ, ਸਭ ਦਾਤਾਂ ਦਾ ਮਾਲਕ ਹੈ। ਤਿਸ ਹੀ ਕੀ ਕਰ ਆਸ ਮਨ, ਜਿਸ ਕਾ ਸਭ ਸੁਵਿਸਾਹੋ। ਜਿਸ ਦਾ ਭਰੋਸਾ, ਜਿਸ ਦੀ ਕਿਰਪਾ ਸਾਰੇ ਸੰਸਾਰ ਦੇ ਉੱਤੇ, ਜਿਹੜੇ ਉਹਦੇ ਭਰੋਸੇ ਦੇ ਵਿੱਚ ਜੀ ਰਹੇ ਨੇ, ਕਹਿੰਦੇ ਉਹਦੀ ਹੀ ਮਨ ਦੇ ਵਿੱਚ ਆਸ ਕਰ, ਉਸ ਨੂੰ ਹੀ ਧਿਆ, ਉਸ ਦੀ ਹੀ ਆਰਾਧਨਾ ਕਰ। ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਰੋਬਰ ਕੱਚੇ ਬਣ ਕੇ ਬੈਠੇ ਨੇ ਨਾ, ਇਹਨਾਂ ਨੇ ਇੱਕ ਦਿਨ ਮਰ ਜਾਣਾ ਭਾਈ।
ਭਾਵੇਂ ਕਿਸੇ ਰੂਪ ਦੇ ਵਿੱਚ ਵੀ ਉਹ ਹੋਣ, ਉਹਨਾਂ ਨੇ ਇੱਕ ਦਿਨ ਮੰਨ ਜਾਣਾ। ਤਾਂ ਹੀ ਵਾਹਿਗੁਰੂ ਨਿਰੰਕਾਰ ਸਾਨੂੰ ਸਮਝਾਉਂਦੇ ਨੇ ਕਿ ਉਹਦੀ ਆਸ ਕਰ ਜਿਸ ਦਾ ਸਾਰਿਆਂ ਨੂੰ ਭਰੋਸਾ ਬਣਿਆ ਹੋਇਆ ਹੈ, ਉਹ ਇੱਕ ਵਾਹਿਗੁਰੂ। ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ। ਕਹਿੰਦੇ ਆਪਣੀਆਂ ਚਤਰ ਚਤਰਾਈਆਂ ਨੂੰ ਛੱਡ ਦੇ, ਛੱਡ ਕੇ ਤੂੰ ਨਿਰੰਕਾਰ ਦੇ ਚਰਨਾਂ ਦੇ ਵਿੱਚ। ਇੱਥੇ ਜਿਹੜਾ ਚਰਨ ਗੱਲ ਕਹੀ ਹੈ ਉਹ ਹੈ ਸਤਿਗੁਰ ਤੁਮਰੇ ਢਹਿ ਢੇਰੀ ਪੈਣਾ। ਉਹ ਹੈ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਣ ਕੇ ਇਸ ਸੀਸ ਨੂੰ ਰੱਖ ਕੇ ਨਿਰੰਕਾਰ ਦੇ ਕੋਲੋਂ ਇਹ ਆਸ ਕਰਨੀ ਕਿ ਹੇ ਆਸ ਮਾਲਕ, ਅਰਦਾਸ ਕਰਨੀ ਕਿ ਮੈਨੂੰ ਤੇਰੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ। ਤੇਰੇ ਨਾਮ ਦੀ ਦਾਤ ਪ੍ਰਾਪਤ ਹੋ ਗਈ ਤਾਂ ਮੈਨੂੰ ਜੀਵਨ ਦੀ ਜਾਂਚ ਪ੍ਰਾਪਤ ਹੋ ਜਾਵੇਗੀ। ਜਿੱਦਣ ਮੈਨੂੰ ਜੀਵਨ ਦੀ ਜਾਂਚ ਪ੍ਰਾਪਤ ਹੋ ਗਈ ਨਿਰੰਕਾਰ ਸੱਚੇ ਪਾਤਸ਼ਾਹ ਜੀ, ਫਿਰ ਤੁਹਾਡਾ ਜਿਹੜਾ ਸਾਡੇ ਉੱਤੇ ਹੱਥ ਹੈ ਉਸ ਨੂੰ ਅਸੀਂ ਰਹਿਮਤ ਭਰੇ ਹੱਥ ਨੂੰ ਸਦਾ ਪਛਾਣਾਂਗੇ। ਸਾਡਾ ਅਟੁੱਟ ਪਿਆਰ ਆਪ ਜੀ ਨਾਲ ਪੈ ਜਾਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੀਆਂ ਸਾਰੀਆਂ ਜਿਹੜੀਆਂ ਚਤਰ ਚਤਰਾਈਆਂ ਨੇ ਉਹਨੂੰ ਛੱਡ ਕੇ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਜਨ ਬਣ ਜਾ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ। ਹੇ ਮੇਰੇ ਮਨਾ, ਤੂੰ ਜੇ ਸਦਾ ਹੀ ਆਨੰਦ ਦੇ ਵਿੱਚ ਰਹਿਣਾ ਚਾਹੁੰਦਾ, ਆਤਮਿਕ ਅਡੋਲਤਾ ਰੱਖਣੀ ਚਾਹੁੰਦਾ ਹੈ, ਤੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਹਰ ਵੇਲੇ ਜਪ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ। ਅੱਠੇ ਹੀ ਪੈਰ ਕਹਿੰਦੇ ਉਹਦੀ ਸਿਫਤ ਕਰ। ਅੱਠੇ ਹੀ ਪੈਰ ਆਪਣੇ ਆਪ ਨੂੰ ਸੁਚੇਤ ਕਰਕੇ ਰੱਖ ਕਿ ਤੇਰੇ ਕੋਲੋਂ ਕੋਈ ਐਸਾ ਗੁਨਾਹ ਨਾ ਹੋ ਜਾਵੇ ਜਿਹੜਾ ਕਿ ਤੈਨੂੰ ਚੇਤੇ ਵੀ ਨਾ ਹੋਵੇ। ਤਾਂ ਹੀ ਮਹਾਰਾਜ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰੇ। ਕਹਿੰਦੇ ਅੱਠੇ ਹੀ ਪੈਰ ਉਹ ਪ੍ਰੀਤਮ ਨੂੰ ਹਰ ਵੇਲੇ ਆਪਣੇ ਅੰਗ ਸੰਗ ਜਾਣ, ਉਸ ਨੂੰ ਦਿਨ ਰਾਤ ਉਹਦੀ ਵਡਿਆਈ ਕਰ, ਕਿਹਦੀ ਗੁਣ ਗੋਇੰਦ ਨਿਤ ਗਾਓ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਵਰਣਨ ਕਰਦਾ ਰਹਿ ਰਹਾਓ। ਤਿਸ ਕੀ ਸਰਣੀ ਪਰਮਨਾ ਜਿਸ ਜੇ ਵਡੇ ਅਵਰ ਨ ਕੋਏ। ਇਹ ਮੇਰੇ ਮਨਾ ਉਹਦੀ ਸ਼ਰਨ ਦੇ ਵਿੱਚ ਜਾ ਕੇ ਡਿੱਗ ਪਾ, ਜਿਹਦੇ ਵਰਗਾ ਦੂਜਾ ਹੋਰ ਹੀ ਕੋਈ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਵਰਗਾ ਸੰਸਾਰ ਤੇ ਕੋਈ ਹੈ ਹੀ ਨਹੀਂ ਹੈ। ਉਹ ਆਪ ਹੀ ਸਦਾ ਸਮਰੱਥ ਨਿਰੰਕਾਰ ਸੱਚੇ ਪਾਤਸ਼ਾਹ ਆਪਣੀ ਮਿਹਰ ਦਾ ਹੱਥ ਆਪਣੇ ਪਿਆਰਿਆਂ ਦੇ ਉੱਤੇ ਰੱਖਿਆ ਹੋਇਆ ਹੈ। ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੂਲੇ ਹੋਏ। ਨਿਰੰਕਾਰ ਵੱਲੋਂ ਜਿਹੜਾ ਜਦੋਂ ਅਸੀਂ ਨਾਮ ਦਾ ਸਿਮਰਨ ਹੀ ਸ਼ੁਰੂ ਕਰਦੇ ਹਾਂ, ਇੱਥੇ ਸਿਮਰਤ ਦੀ ਗੱਲ ਕੀਤੀ, ਸਿਮਰਨ ਜਦੋਂ ਅਸੀਂ ਵਾਹਿਗੁਰੂ ਦਾ ਸਿਮਰਨ ਹੀ ਸ਼ੁਰੂ ਕਰਦੇ ਹਾਂ, ਜਿਹੜੇ ਵੱਡੇ ਵੱਡੇ ਦੁੱਖ ਨੇ, ਦੀਰਘ ਰੋਗ ਨੇ, ਹਉਮੈ ਵਰਗੇ ਜਿਹੜੇ ਕਿ ਸਾਨੂੰ ਬਹੁਤ ਦੁੱਖ ਕੀ ਚਿੰਤਾ ਦੇ ਰੋਗ ਲਾ ਦਿੰਦੇ ਨੇ, ਇਹ ਸਾਰੇ ਇੱਕਦਮ ਇਹ ਸਰੀਰ ਤੋਂ ਇਹ ਵਾਹਿਗੁਰੂ ਦਾ ਨਾਮ ਦੂਰ ਕਰ ਦਿੰਦਾ ਹੈ। ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ। ਉਹ ਅਕਾਲ ਪੁਰਖ ਨਿਰੰਕਾਰ ਤੋਂ ਇਲਾਵਾ ਹੋਰ ਕੋਈ ਸੱਚਾ ਨਹੀਂ ਹੈ। ਕਹਿੰਦੇ ਉਹਦੀ ਦਿਨ ਰਾਤ ਚਾਕਰੀ ਕਰ, ਉਹਦੀ ਸੇਵਾ ਦੇ ਵਿੱਚ ਲੱਗਾ ਰਹਿ ਮਨਾ। ਸਾਧ ਸੰਗਤ ਹੋਏ ਨਿਰਮਲਾ ਕਟਿਐ ਜਮ ਕੀ ਫਾਸ। ਸਤ ਸੰਗਤ ਦੇ ਵਿੱਚ ਬੈਠ ਕੇ ਜਦੋਂ ਗਿਆਨ ਲੈ ਲਿਆ, ਉਹ ਗਿਆਨ ਦੇ ਨਾਲ ਅਸੀਂ ਆਪਣੇ ਜੀਵਨ ਦਾ ਨਿਰਵਾਹ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰ ਕਹਿੰਦੇ ਤੇਰਾ ਮਨ ਨਿਰਮਲ ਹੋ ਜਾਏਗਾ, ਟਿਕਾ ਦੇ ਵਿੱਚ ਆ ਜਾਏਗਾ, ਉੱਚੀ ਤੇਰੀ ਸੋਚ ਹੋਏਗੀ, ਮਿੱਠੀ ਤੇਰੀ ਬੋਲੀ ਬਣ ਜਾਏਗੀ। ਕਹਿੰਦੇ ਫਿਰ ਜਮਾਂ ਦੀ ਫਾਸੀ ਵੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਕੱਟ ਦੇਣਗੇ। ਸੁਖ ਦਾਤਾ ਪੈ ਪੰਜਨੋ ਤਿਸ ਆਗੈ ਕਰ ਅਰਦਾਸ। ਸੁੱਖਾਂ ਦਾ ਦਾਤਾ ਜਿਹਦੇ ਖਜ਼ਾਨੇ ਦੇ ਵਿੱਚ ਸਾਰੇ ਸੁੱਖ ਨੇ, ਭੈ ਪੰਜਨੋ, ਭੈ ਜਿਹੜਾ ਸਾਨੂੰ ਮੌਤ ਦਾ ਡਰ ਹੈ, ਨਿਰੰਕਾਰ ਸੱਚੇ ਪਾਤਸ਼ਾਹ ਜਿਹੜਾ ਹਰ ਜੀਵ ਨੂੰ ਜਿਹੜੀ ਮੌਤ ਡਰਾਉਂਦੀ ਹੈ, ਕਹਿੰਦੇ ਉਹ ਵੀ ਖਤਮ ਹੋ ਜਾ ਕਰਨ ਵਾਲਾ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ। ਉਹਦੇ ਚਰਨਾਂ ਦੇ ਵਿੱਚ ਹਰ ਵੇਲੇ ਆਣ ਕੇ ਅਰਦਾਸ ਕਰ, ਬੇਨਤੀ ਕਰ, ਅਰਜ਼ੋਈ ਕਰ। ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ। ਜਿਹਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿੰਦੇ ਨੇ। ਇਹ ਹੁਣ ਦੇਖਣਾ ਇੱਥੇ ਮਿਹਰ ਕੀ ਹੈ। ਜਦੋਂ ਆਪਾਂ ਸਤਿਗੁਰ ਦੀ ਬੰਦਗੀ ਦੇ ਵਿੱਚ ਜੁੜਦੇ ਹਾਂ, ਜਦੋਂ ਸਾਡਾ ਮਨ ਫੇਰ ਵੀ ਭਟਕਣਾ ਦੇ ਵਿੱਚ ਰਹਿੰਦਾ ਹੈ, ਹੌਲੀ ਹੌਲੀ ਇੱਥੇ ਤੱਕ ਵੀ ਕਈ ਐਸੇ ਮੈਂ ਜੀਵ ਦੇਖੇ ਨੇ ਜਿਹੜੇ ਬੰਦਗੀ ਕਰਨੀ ਛੱਡ ਹੀ ਦਿੰਦੇ ਨੇ, ਕਿਉਂਕਿ ਮਨ ਦੀ ਭਟਕਣਾ ਖਤਮ ਨਹੀਂ ਹੁੰਦੀ। ਪਰ ਉਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਇਮਤਿਹਾਨ ਲੈ ਰਹੇ ਨੇ, ਸਾਨੂੰ ਦੇਖਣਾ ਚਾਹੁੰਦੇ ਨੇ ਵੀ ਕਿੰਨੇ ਕੁ
ਪਰਪੱਕਤਾ ਵੱਲ ਨੂੰ ਤੁਰ ਰਹੇ ਨੇ, ਕਿੰਨੇ ਕੁ ਮੇਰੇ ਦਰ ਘਰ ਵੱਲ ਨੂੰ ਵੀ ਤੁਰ ਰਹੇ ਕਿ ਬਰਾਹ ਦੇ ਵਿੱਚ ਹੀ ਖੜ ਜਾਂਦੇ ਨੇ। ਹੁਣ ਕਈਆਂ ਨੂੰ ਰਿੱਧੀਆਂ ਸਿੱਧੀਆਂ ਦੇ ਵਿੱਚੋਂ ਅੱਧੀ ਕੋਈ ਰਿੱਧੀ ਆ ਗਈ, ਉਹਨਾਂ ਦੇ ਹੱਥ ਜਾਂ ਸਿੱਧੀ ਆ ਗਈ, ਉੱਥੇ ਅਟਕ ਜਾਂਦੇ ਨੇ। ਆਪਣੇ ਆਪ ਦੇ ਅੰਦਰ ਉਹਨਾਂ ਨੂੰ ਮਾਣ ਹੋਣਾ ਸ਼ੁਰੂ ਹੋ ਜਾਂਦਾ, ਹੰਕਾਰ ਬਣ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਨੇ ਵੀ ਜਿਹਦੇ ਉੱਤੇ ਨਿਰੰਕਾਰ ਸੱਚੇ ਮਿਹਰਬਾਨ ਹੋ ਜਾਂਦੇ ਨੇ, ਬੜਾ ਲੰਬਾ ਸਮਾਂ ਲੱਗ ਸਕਦਾ, ਪਰ ਮਿਹਰ ਅਕਾਲ ਪੁਰਖ ਹਰ ਇੱਕ ਦੇ ਉੱਤੇ ਕਰਦਾ, ਹਰ ਇੱਕ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾਤਾਂ ਦੇ ਰਿਹਾ। ਪਰ ਜਿਹੜੇ ਕਾਰਜ ਜਿਹੜੇ ਨੇ, ਹੁਣ ਕਾਰਜ ਕਿਹੜੇ ਨੇ? ਕਾਰਜ ਰਾਸ ਕਰਨੇ, ਕੋਈ ਕੰਮ ਨੂੰ ਜਿਹੜਾ ਅਸੀਂ ਸਹੀ ਚਲਾਉਣਾ, ਕੰਮ ਠੀਕ ਹੋ ਜਾਣਾ। ਤੇ ਗੁਰੂ ਦਾ ਪਿਆਰਾ ਜਦੋਂ ਵੀ ਸਵੇਰੇ ਉੱਠਦਾ ਜਾਂ ਜਿਸ ਵੇਲੇ ਆਪਣਾ ਕਾਰੋਬਾਰ ਤੇ ਸ਼ੁਰੂ ਕਰਦਾ, ਜਾਂ ਅਸੀਂ ਕੋਈ ਹੋਰ ਨਿਰੰਕਾਰ ਵੱਲੋਂ ਬਖਸ਼ਿਆ ਹੋਇਆ ਆਪਣੇ, ਭਾਵੇਂ ਤੁਸੀਂ ਦੇਖ ਲਓ ਸ਼ਾਦੀ ਦਾ ਕਾਰਜ ਹੋਵੇ, ਆਨੰਦ ਵਿਵਾਹ ਦਾ ਹੋਵੇ, ਤਾਂ ਅਸੀਂ ਅਰਦਾਸ ਕੀ ਕਰਦੇ ਹਾਂ? ਕੀਤਾ ਲੋੜੀਏ ਕੰਮ ਸੋ ਹਰ ਭਾਇ ਆਖੀਏ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਆ। ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਭੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਇਹ ਗੁਰੂ ਕੇ ਪਿਆਰੇ ਦੀ ਨਿਸ਼ਾਨੀ ਹੈ। ਸਤਿਗੁਰ ਕਹਿੰਦੇ ਨੇ ਜਿਹਦੇ ਕਰਮ ਪਵਿੱਤਰ ਹੋ ਗਏ, ਉਹਦੇ ਉੱਤੇ ਨਿਰੰਕਾਰ ਮਿਹਰਬਾਨ ਕਰਕੇ ਉਹਦੇ ਸਾਰੇ ਕਾਰਜ ਰਾਸ ਕਰ ਦਿੰਦੇ ਹਨ। ਬਹੁਤੋ ਬਹੁਤ ਬਖਾਣੀਐ, ਊਚੋ ਊਚਾ ਥਾਓ। ਉਹ ਅਕਾਲ ਪੁਰਖ ਦਾ ਜਸ ਬਹੁਤ ਕਹਿੰਦੇ ਨੇ, ਗੱਲਾਂ ਦੇ ਨਾਲ ਹੀ ਉਹਦਾ ਜਸ ਕਰੀ ਜਾਂਦੇ ਨੇ, ਪਰ ਕਹਿੰਦੇ ਨੇ ਜਿੱਥੇ ਸਾਡੀ ਸੋਚ ਖਤਮ ਹੋ ਜਾਂਦੀ ਉੱਥੋਂ ਉਹਦਾ ਜਸ ਸ਼ੁਰੂ ਹੁੰਦਾ। ਕਹਿੰਦੇ ਉਹ ਬਹੁਤ ਬਹੁਤ ਉੱਚਾ ਹੈ, ਬਹੁਤ ਸੁੱਚਾ ਹੈ, ਉਹ ਬੇਅੰਤ ਹੈ, ਹਰ ਦਾਤਾਂ ਦਾ ਮਾਲਕ ਹੈ। ਉਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਪ੍ਰੀਤਮ ਨੂੰ ਇਸ ਤਰ੍ਹਾਂ ਜਾਣ ਕਿ ਉਹਦੀ ਵਡਿਆਈ ਬੇਅੰਤ ਹੈ, ਬੇਅੰਤ ਤੇ ਉੱਚੇ ਤੇ ਉੱਚੇ, ਉੱਚੇ ਤੇ ਉੱਚੇ ਥਾਂ ਦੇ ਉੱਤੇ ਉਹਦਾ ਮੰਦਿਰ ਵੀ ਬਹੁਤ ਉੱਚਾ ਤੇ ਸੁੱਚਾ ਹੈ। ਵਰਨਾ ਚਿਹਰਣਾ ਬਾਹਰਾ, ਕੀਮਤ ਕਹਿ ਨਾ ਸਕਾਉ। ਕਹਿੰਦੇ ਉਹਦਾ ਵਰਣ, ਉਹਦਾ ਰੂਪ ਰੰਗ ਨਹੀਂ ਕਿਹਾ ਜਾ ਸਕਦਾ, ਤੇ ਕੀਮਤ ਕੋ ਕਹਿ ਨਹੀਂ ਸਕਦਾ। ਨਾਨਕ ਕੋ ਪ੍ਰਭ ਮਾਇਆ ਕਰ, ਸਚ ਦੇਵੋ ਆਪਣਾ ਨਾਉ। ਇੱਥੇ ਜਿਹੜੀ ਮਾਇਆ ਹੈ ਇਹ ਹੈ ਕਿਰਪਾ। ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ ਮੇਰੀ ਬੇਨਤੀ ਹੈ, ਮੇਰੇ ਉੱਤੇ ਕਿਰਪਾ ਕਰ, ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮਦਾਨ ਦੇ ਦੇ। ਸ੍ਰੀ ਰਾਗ ਮਹਲਾ ਪੰਜਵਾਂ। ਨਾਮ ਤੇ ਆਏ ਸੋ ਸੁਖੀ, ਤਿਸ ਮੁਖ ਊਜਲ ਹੋਏ। ਜੋ ਦਿਨ ਰਾਤ ਅਕਾਲ ਪੁਰਖ ਨਿਰੰਕਾਰ ਦੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਅਕਾਲ ਪੁਰਖ ਦੀਆਂ ਵਿਚਾਰਾਂ ਦੇ ਨਾਲ ਜੁੜੇ ਰਹਿੰਦੇ ਨੇ, ਉਹਦੀ ਸ਼ੋਭਾ ਦੇ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਦੇ ਸੰਸਾਰ ਦੇ ਉੱਤੇ ਵੀ ਮੁਖ ਉਜਲੇ ਹੁੰਦੇ ਨੇ। ਇੱਥੇ ਵੀ ਉਹ ਸੁਖੀ ਨੇ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ। ਪੂਰੇ ਗੁਰ ਤੇ ਪਾਈਐ, ਪ੍ਰਗਟ ਸਭਨੀ ਲੋਏ। ਉਹ ਨਾਮ ਨਿਰੰਕਾਰ ਸੱਚੇ ਪਾਤਸ਼ਾਹ ਪੂਰੇ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਪ੍ਰਾਪਤ ਹੁੰਦਾ ਭਾਈ। ਜਿਹਦੀ ਕਿਰਪਾ ਦੇ ਨਾਲ ਜਦੋਂ ਨਾਮ ਪ੍ਰਗਟ ਹੋ ਗਿਆ, ਅੰਦਰ ਸਾਡੇ ਪ੍ਰੇਮ ਦਾ ਚਿਰਾਗ ਚੱਲ ਪਿਆ, ਗਿਆਨ ਦਾ ਚਿਰਾਗ ਹੋ ਗਿਆ, ਫਿਰ ਹਰ ਇੱਕ ਜਗ੍ਹਾ ਦੇ ਉੱਤੇ ਨਿਰੰਕਾਰ ਆਪਣੇ ਪਿਆਰੇ ਦੀ ਸੋਭਾ ਕਰਵਾਉਂਦੇ ਨੇ। ਉਹ ਜੀਵ ਹਰ ਜਗ੍ਹਾ ਦੇ ਉੱਤੇ ਪ੍ਰਗਟ ਹੋ ਜਾਂਦਾ ਹੈ। ਸਾਧ ਸੰਗਤ ਕੈ ਕਰ ਵਸੈ, ਏਕੋ ਸੱਚਾ ਸੋਏ। ਉਹ ਜੀਵ ਵੀ ਫਿਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਬਖਸ਼ਿਆਂ ਦੀ ਸੰਗਤ ਦੇ ਵਿੱਚ ਹੀ ਬੈਠਾ ਹੁੰਦਾ ਹੈ। ਉਦੋਂ ਘਰ ਦੇ ਵਿੱਚ ਵੀ ਉਹ ਬੈਠਾ ਰਹਿੰਦਾ ਹੈ, ਉੱਥੇ ਵਸਦਾ ਹੈ, ਕਿਤੇ ਜਿੱਥੇ ਏਕੋ ਸੱਚਾ ਸੋਏ। ਇੱਥੇ ਸਾਧ ਸੰਗਤ ਨਿਰੰਕਾਰ ਦੀ ਸੰਗਤ ਦੀ ਗੱਲ ਕੀਤੀ ਹੈ ਵੀ ਉਹਦੀ ਸੰਗਤ ਦੇ ਵਿੱਚ, ਉਹ ਸੱਚੇ ਦੀ ਸੰਗਤ ਦੇ ਵਿੱਚ ਬੈਠ ਕੇ ਉਹ ਆਪਣਾ ਜੀਵਨ ਦੀ ਬਾਜੀ ਨੂੰ ਸੰਸਾਰ ਤੋਂ ਜਿੱਤ ਲੈਂਦਾ ਹੈ। ਮੇਰੇ ਮਨ ਹਰ ਹਰ ਨਾਮ ਧਿਆਏ। ਇਹ ਮੇਰੇ ਮਨਾ ਹਰ ਵੇਲੇ ਪ੍ਰੀਤਮ ਦੇ ਨਾਮ ਦੇ ਨਾਲ, ਵਾਹਿਗੁਰੂ ਦੇ ਨਾਲ ਜੁੜਿਆ ਰਹਿ। ਨਾਮ ਸਹਾਈ ਸਦਾ ਸੰਗ, ਆਗੇ ਲੈ ਛਡਾਏ। ਉਹ ਵਾਹਿਗੁਰੂ ਦਾ ਨਾਮ ਜਿਹੜਾ ਤੇਰੇ ਅੰਦਰੋਂ ਪ੍ਰਗਟ ਹੋਣਾ ਵਾਹਿਗੁਰੂ ਦੀ ਕਿਰਪਾ ਦੇ ਨਾਲ, ਕਹਿੰਦੇ ਉਹ ਨਾਮ ਹਰ ਵੇਲੇ ਤੇਰੇ ਇੱਥੇ ਸਹਾਈ ਰਹੇਗਾ, ਹਰ ਵੇਲੇ ਤੈਨੂੰ ਸੁਚੇਤ ਰੱਖੇਗਾ, ਹਰ ਵੇਲੇ ਤੇਰੇ ਆਉਣ ਵਾਲੇ ਦੁੱਖਾਂ ਨੂੰ ਉਹ ਖਤਮ ਕਰਦਾ ਜਾਏਗਾ। ਇੱਥੇ ਹੀ ਤੈਨੂੰ ਤੇਰੇ ਉੱਤੇ ਕਿਰਪਾ ਨਹੀਂ ਕਰੇਗਾ, ਪਰਲੋਕ ਦੇ ਵਿੱਚ ਵੀ ਤੈਨੂੰ ਜਾ ਕੇ ਸਹਾਇਤਾ ਕਰੇਗਾ। ਰਹਾਉ ਦੁਨੀਆ ਕਿਆ ਵਡਿਆਈਆਂ, ਕਵਣ ਆਵੇ ਕਾਮ। ਇੱਥੇ ਚਾਰ ਛਿਲੜ ਜਿਆਦੇ ਇਕੱਠੇ ਕਰ ਲਿਆ, ਤੇਰੀ ਵਹਿਜਾ ਵਹਿਜਾ ਹੋਣ ਲੱਗ ਪਏ, ਤੈਨੂੰ ਵੱਡਾ ਵੱਡਾ ਕਹਿਣ ਲੱਗ ਪਏ, ਤੇਰੀ ਵਡਿਆਈ ਹੋਣੀ ਸ਼ੁਰੂ। ਕਹਿੰਦੇ ਇਹ ਤਾਂ ਫੋਕੀਆਂ ਵਡਿਆਈਆਂ ਨੇ, ਇਹ ਕਿਸੇ ਵੀ ਕੰਮ ਨਹੀਂ ਆਉਣੀਆਂ ਤੇਰੇ। ਮਾਇਆ ਕਾ ਰੰਗ ਸਭ ਫਿੱਕਾ,
ਜਾਤੋ ਬਿਨਸ ਨਿਦਾਨ। ਇਹ ਮਾਇਆ ਦਾ ਰੰਗ ਜਿਹੜੇ ਕਰਕੇ ਤੇਰੀ ਵਡਿਆਈ ਹੋ ਰਹੀ ਹੈ, ਇਹ ਤਾਂ ਰੰਗ ਫਿੱਕਾ ਹੈ, ਇਹ ਤਾਂ ਕਸੁੰਭਾ ਰੰਗ ਹੈ, ਇਹਨੇ ਤਾਂ ਇੱਕ ਦਿਨ ਉਤਰੀ ਜਾਣਾ, ਬਿਨਸ ਜਾਣਾ, ਖਤਮ ਹੋ ਜਾਣਾ ਹੈ। ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ। ਜਿਹੜਾ ਸੰਸਾਰ ਦੇ ਉੱਤੇ ਜਿਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਨਿਰੰਕਾਰ ਦਾ ਨਾਮ ਵਸ ਗਿਆ, ਉਹੀ ਇਸ ਸੰਸਾਰ ਦੇ ਉੱਤੇ ਪ੍ਰਧਾਨ ਹੈ, ਉਹੀ ਮੁਖੀ ਹੈ, ਉਹੀ ਸ਼ੋਭਾ ਦੇ ਲਾਇਕ ਹੈ। ਸਾਧੂ ਕੀ ਹੋ ਰਹਿਣ ਕਾ ਆਪਣਾ ਆਪ ਤਿਆਗ। ਕਹਿੰਦੇ ਨੇ ਜੇ ਤੂੰ ਪ੍ਰਧਾਨਗੀ ਲੈਣੀ ਹੈ, ਮੁਖ ਆਪਣੇ ਆਪ ਦਾ ਮੁਖ ਪਵਿੱਤਰ ਕਰਨਾ ਹੈ, ਕਹਿੰਦੇ ਉਹ ਫਿਰ ਤੂੰ ਨਿਰੰਕਾਰ ਸੱਚੇ ਪਾਤਸ਼ਾਹ ਸਾਧੂ ਇੱਥੇ ਪ੍ਰਮਾਤਮਾ ਨੂੰ ਆਖਿਆ ਹੈ। ਕਹਿੰਦੇ ਉਹਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਾ, ਉਹਦੇ ਚਰਨਾਂ ਦੀ ਧੂੜ ਜਾਂ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲਾ ਲਾ, ਤੇ ਇਸ ਕਰਕੇ ਆਪਣੇ ਆਪ ਨੂੰ ਤਿਆਗ ਦੇ, ਮੈਂ ਮੇਰੀ ਖਤਮ ਕਰ ਦੇ। ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ। ਕਹਿੰਦੇ ਸਾਰੀਆਂ ਸਿਆਣਪਾਂ ਜਿਹੜੀਆਂ ਤੇਰੇ ਅੰਦਰ ਚਤਰ ਚਰਾਈਆਂ ਨੇ, ਉਹਨਾਂ ਨੂੰ ਖਤਮ ਕਰਕੇ ਨਿਰੰਕਾਰ ਦੇ ਚਰਨਾਂ ਦੇ ਉੱਤੇ ਆਣ ਕੇ ਡਿੱਗ ਪਾ ਜਨ ਬਣ ਕੇ। ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਤੇਰੇ ਭਾਗ ਪਵਿੱਤਰ ਹੋ ਜਾਣਗੇ, ਤੇਰੀ ਕਰਨੀ ਪਵਿੱਤਰ ਹੋ ਜਾਏਗੀ, ਤੇਰੀ ਬੰਦਗੀ ਪਵਿੱਤਰ ਹੋ ਜਾਏਗੀ, ਤੇਰਾ ਜੀਵਨ ਪਵਿੱਤਰ ਹੋ ਜਾਏਗੀ। ਕਹਿੰਦੇ ਵੀ ਉਸ ਨੂੰ ਨਾਮ ਰਤਨ ਤਿਸੇ ਪ੍ਰਾਪਤ, ਉਸ ਨੂੰ ਉਹ ਨਾਮ ਪਵਿੱਤਰ ਨਾਮ ਨਿਰੰਕਾਰ ਦਾ ਰਤਨਾ ਵਰਗਾ ਜਿਹਦਾ ਮੁੱਲ ਕੋਈ ਨਹੀਂ, ਉਹ ਪ੍ਰਾਪਤ ਹੋ ਜਾਂਦਾ ਹੈ। ਤਿਸੇ ਪ੍ਰਾਪਤ ਪਾਈ ਹੋ ਜਿਸ ਦੇਵੈ ਪ੍ਰਭ ਆਪ। ਮੈਂ ਪਹਿਲਾਂ ਬੇਨਤੀ ਕੀਤੀ, ਕਈ ਵਾਰੀ ਕਈ ਜੀਵਨ ਲੱਗ ਜਾਂਦੇ ਨੇ ਭਾਈ ਇਸ ਮਨ ਦੀ ਮੈਲ ਲਾਉਂਦਿਆਂ ਨੂੰ, ਤੇ ਮਹਾਰਾਜ ਜਿੱਤੇ ਕਹਿੰਦੇ ਨੇ ਵੀ ਜਿਹਦੇ ਉੱਤੇ ਆਪ ਕਿਰਪਾਲੂ ਦਿਆਲੂ ਹੋ ਜਾਂਦਾ, ਉਹਨੂੰ ਹੀ ਇਹ ਪ੍ਰਾਪਤ ਹੁੰਦਾ ਹੈ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹਉਮੈ ਤਾਪ। ਸਤਿਗੁਰ ਦੀ ਸੇਵਾ ਵੀ ਉਹੀ ਕਰ ਸਕਦਾ ਜਿਹਦੇ ਅੰਦਰ ਹਉਮੈ ਦਾ ਰੋਗ ਦੂਰ ਹੋ ਗਿਆ, ਕਿਉਂਕਿ ਸੇਵਾ ਦੇ ਨਾਲ ਮਨ ਪਵਿੱਤਰ ਹੁੰਦਾ ਤੇ ਹਉਮੈ ਮੱਲੋ ਮੱਲੀ ਦੂਰ ਹੋ ਜਾਂਦੀ ਹੈ। ਨਿਰੰਕਾਰ ਕਿਰਪਾ ਕਰ ਦਿੰਦੇ ਨੇ ਆਪਣੇ ਪਿਆਰੇ ਦੇ ਉੱਤੇ। ਨਾਨਕ ਕੋ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਨਾਮ ਦੀ ਮੋਹਰ ਲਾ ਕੇ ਤੇ ਕਹਿੰਦੇ ਨੇ, ਨਾਨਕ ਕੋ ਗੁਰ ਭੇਟਿਆ। ਨਿਰੰਕਾਰ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ, ਜਿਹਦੀ ਕਿਰਪਾ ਦੇ ਨਾਲ ਸਾਰੇ ਸੰਤਾਪ ਇਹ ਮੇਰੇ ਸਰੀਰ ਦੇ ਉੱਤੋਂ ਦੂਰ ਹੋ ਗਏ। ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ। ਇੱਕ ਵਾਹਿਗੁਰੂ ਹੀ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀਵ ਜਿਹੜਾ ਹੈ ਉਹ ਇੱਕ ਰੱਖਣ ਹਾਰੇ ਨੂੰ ਪਛਾਣ ਲੈਂਦਾ ਹੈ। ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ। ਉਹੀ ਵਾਹਿਗੁਰੂ ਦੇ ਨਾਮ ਦਾ ਉਹ ਆਸਰਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸਹਾਰਾ ਤੇ ਆਸਰਾ ਬਣਾ ਲੈਂਦਾ ਹੈ। ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ। ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਕਰਤਾਰ ਸੰਸਾਰ ਦੇ ਪ੍ਰਤਪਾਲਕ ਦੀ ਉਹਦੀ ਸ਼ਰਨ ਦੇ ਵਿੱਚ ਆ ਕੇ ਸਦਾ ਜੀਵ ਸੁਖ ਪਾਉਂਦਾ ਹੈ। ਮਨ ਮੇਰੇ ਸਗਲ ਉਪਾਵ ਤਿਆਗ। ਇਹ ਮੇਰੇ ਮਨਾ ਹੋਰ ਸਾਰੇ ਉਪਾਵ ਜਿਹੜੇ ਨੇ ਇੱਕ ਵਾਹਿਗੁਰੂ ਦੇ ਨਾਮ ਤੋਂ ਇਲਾਵਾ ਜਿਹੜੇ ਬਾਕੀ ਸਭ ਕੁਝ ਤੂੰ ਕਾਰਜ ਕਰਿਆ ਉਹਨਾਂ ਨੂੰ ਤਿਆਗ ਦੇ। ਗੁਰਪੂਰਾ ਆਰਾਧ ਨਿਤ ਇੱਕ ਸਕੀ ਲਿਵ ਲਾਗ। ਹੁਣ ਇੱਥੇ ਵੀ ਮਹਾਰਾਜ ਕਹਿੰਦੇ ਨੇ ਵੀ ਮਨ ਮੇਰੇ ਸਗਲ ਚਤਰ ਚਤਰਾਈਆਂ ਸਾਰੀਆਂ ਆਪਣੀਆਂ ਖਤਮ ਕਰ ਦੇ, ਪੂਰੇ ਗੁਰੂ ਦੇ ਨਾਲ ਜੁੜ ਜਾ। ਉਸ ਪੂਰੇ ਗੁਰੂ ਦੀ ਆਰਾਧਨਾ ਸ਼ੁਰੂ ਕਰ ਦੇ, ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤੇ। ਇੱਕ ਲਿਵ ਦਾ ਮਤਲਬ ਹੁੰਦਾ ਇੱਕ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਲ ਹਰ ਵੇਲੇ ਚਰਨਾਂ ਦੇ ਨਾਲ ਸ਼ਬਦ ਦੇ ਨਾਲ ਜੁੜਿਆ ਰਹਿਣਾ। ਰਹਾਉ ਇੱਕੋ ਪਾਈ ਮਿਤ ਇੱਕ ਇੱਕੋ ਮਾਤ ਪਿਤਾ। ਉਹ ਵਾਹਿਗੁਰੂ ਨਿਰੰਕਾਰ ਹੀ ਮੇਰਾ ਭਰਾ ਹੈ, ਮੇਰਾ ਸਾਕ ਸੰਬੰਧੀ ਹੈ, ਮੇਰੀ ਮਾਂ ਤੇ ਮੇਰਾ ਬਾਪ ਹੈ। ਬਈ ਗਾ ਮਾਰੇ ਕਹਿੰਦੇ ਕਿਰਪਾ ਕਰਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਤਾਹੀ ਤਾਂ ਪਉ ਕਿਹਾ ਕਾੜਾ ਜੀਓ। ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ। ਇੱਕ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਹੀ ਮੈਨੂੰ ਸਹਾਰਾ ਹੈ, ਉਹਦੀ ਓਟ ਹੈ, ਉਹਦੀ ਮੈਨੂੰ ਟੇਕ ਹੈ। ਜਿਸ ਨੇ ਮੈਨੂੰ ਆ ਜਿੰਦ ਦਿੱਤਾ, ਅੱਜ ਜਿਹੜਾ ਸਰੀਰ ਦਿੱਤਾ, ਇਹਨੂੰ ਪਿੰਡ ਬਣਾ ਮਹਾਰਾਜ ਨੇ ਤੇ ਪਿੰਡ ਸਰੀਰ ਨੂੰ ਆਖਿਆ, ਤੇ ਵਿੱਚ ਮਹਾਰਾਜ ਨੇ ਆਪਣੀ ਜੋਤ ਆਤਮਾ ਰੂਪੀ ਟਿਕਾ ਦਿੱਤੀ ਜਿਹੜੀ ਕਿ ਜਿੰਦ ਹੈ। ਸੋ ਪ੍ਰਭ ਮਨੋ ਨ ਵਿਸਰੈ
ਜਿਨ ਸਭ ਕਿਛ ਵਸ ਕੀਤਾ। ਜਿਹਦੇ ਹਰ ਇੱਕ ਚੀਜ਼ ਵਸ ਹੈ, ਜਿਹਦੇ ਹੁਕਮ ਦੇ ਵਿੱਚ ਹਰ ਚੀਜ਼ ਚੱਲ ਰਹੀ ਹੈ। ਇੱਥੇ ਪਵਨ ਪਾਣੀ ਅਗਨੀ ਵੀ ਉਹਦੇ ਹੁਕਮ ਦੇ ਵਿੱਚ ਚੱਲ ਰਹੀ ਹੈ। ਕਹਿੰਦੇ ਉਹ ਪ੍ਰਭੂ ਅਕਾਲ ਪੁਰਖ ਕਦੀ ਤੇਰੇ ਮਨ ਤੋਂ ਵਿਸਰ ਨਾ ਜਾਵੇ। ਕਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ। ਕਹਿੰਦੇ ਤੇਰੇ ਘਰ ਦੇ ਵਿੱਚ ਵੀ, ਤੇਰੇ ਸਰੀਰ ਦੇ ਵਿੱਚ ਵੀ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜੋਤ ਹੀ ਕੰਮ ਕਰ ਰਹੀ ਹੈ। ਇਹ ਉਸ ਦਾ ਥਾਨ ਵੀ ਤੇਰੇ ਇੱਕੋ ਹੀ ਹੈ, ਤੇਰੇ ਅੰਦਰ ਸਰੀਰ ਦੇ ਵਿੱਚ ਹੀ ਹੈ। ਤੇ ਥਨ ਤਨੰਤਰ ਉਹ ਸਾਰੇ ਜੀਵਾਂ ਦੇ ਵਿੱਚ ਵੀ ਇੱਕੋ ਹੀ ਅਕਾਲ ਪੁਰਖ ਵਸਦਾ ਹੈ। ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ। ਜਿਸ ਨੇ 84 ਲੱਖ ਜੂਨਾਂ ਬਣਾਈਆਂ, ਹੇ ਮਨੁੱਖਾ ਦੇਹ ਦੇ ਵਿੱਚ ਆਏ ਹੋਏ ਜੀਵ ਅੱਠੇ ਪੈਰ ਉਹਦੀ ਤੂੰ ਵਡਿਆਈ ਕਰ। ਇਕਸ ਸੇਤੀ ਰਤਿਆਂ ਨਾ ਹੋਵੀ ਸੋਗ ਸੰਤਾਪ। ਕਹਿੰਦੇ ਜਦੋਂ ਤੂੰ ਇੱਕ ਦੇ ਨਾਲ ਜੁੜ ਗਿਆ, ਫਿਰ ਕਿਸੇ ਤਰ੍ਹਾਂ ਦਾ ਵੀ ਆਸਾ ਤ੍ਰਿਸ਼ਨਾ ਤੇ ਉਹ ਭਰਮ ਦੇ ਰੋਗ ਜਿਹੜੇ ਤੈਨੂੰ ਆਣ ਕੇ ਚਿੰਤਾ ਦੇ ਰੋਗ ਚੁੰਬੜ ਜਾਂਦੇ ਨੇ, ਉਹ ਸਾਰੇ ਖਤਮ ਹੋ ਜਾਵਣਗੇ। ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ। ਉਹ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਵਾਹਿਗੁਰੂ ਗੁਰੂ ਨਾਨਕ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ, ਉਹ ਇੱਕੋ ਹੀ ਸਮਰੱਥ ਹੈ। ਉਹਦੇ ਵਰਗਾ ਹੋਰ ਦੂਜਾ ਸੰਸਾਰ ਦੇ ਉੱਤੇ ਕੋਈ ਨਾ ਸੀ, ਨਾ ਹੈ, ਨਾ ਹੋਵੇਗਾ। ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ। ਕਾਰਨ ਇਹ ਕਿ ਉਹਦੇ ਵਰਗਾ ਨਾ ਪਹਿਲਾਂ ਸੀ, ਨਾ ਹੈ ਤੇ ਨਾ ਹੋਵੇਗਾ, ਕਿਉਂਕਿ ਗਿਆ ਹੀ ਨਹੀਂ ਕਿਤੇ। ਸੰਸਾਰ ਦਾ ਪ੍ਰਤਪਾਲਕ ਉਹ ਹੈ, ਉਹ ਸਦਾ ਹੀ ਇੱਥੇ ਥਿਰ ਰਹਿਣ ਵਾਲਾ ਹੈ। ਨਾ ਉਹ ਬੁੱਢਾ ਹੁੰਦਾ, ਨਾ ਉਹਨੂੰ ਬਚਪਨਾ ਆਉਂਦਾ, ਨਾ ਉਹਨੂੰ ਜਵਾਨੀ ਆਉਂਦੀ, ਉਹ ਇੱਕ ਥਿਰ ਰਹਿੰਦਾ ਹੈ। ਕਹਿੰਦੇ ਵੇ ਕਿ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ। ਇਹ ਸੰਸਾਰ ਸਾਰਾ ਉਹਦੀ ਕਿਰਪਾ ਦੇ, ਉਹਦੇ ਹੁਕਮ ਦੇ ਅਧੀਨ ਦੇ ਵਿੱਚ ਚੱਲ ਰਿਹਾ। ਜਿਹੜਾ ਏਦੂ ਜੀ ਆਤਮਾ ਜਿੰਦ ਸਾਡੀ ਤੇ ਪਿੰਡ ਦੇ ਵਿੱਚ ਵਸੀ ਹੋਈ ਹੈ, ਇਹ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਚੱਲ ਰਹੀ ਹੈ। ਉਹਦਾ ਹੁਕਮ ਜੋ ਉਹਨੂੰ ਪਾਉਂਦਾ, ਉਹੀ ਉਹ ਆਪਣਾ ਹੁਕਮ ਕਰਕੇ ਚਲਾ ਰਿਹਾ ਹੈ। ਗੁਰ ਪੂਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਵੇਲੇ ਪੂਰੇ ਗੁਰੇ ਤੋਂ ਦੁਆਰੇ ਦੇ ਉੱਤੇ ਆਣ ਕੇ ਤੂੰ ਟਿਕ ਪਿਆ, ਤੂੰ ਉਹਨੂੰ ਜਪਦਿਆਂ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ। ਸ੍ਰੀ ਰਾਗ ਮਹਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ। ਕਈ ਸ਼ਬਦ ਇਸ ਤਰ੍ਹਾਂ ਆਪ ਜੀ ਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਕਿ ਉਹਨਾਂ ਦਾ ਗਾਹਾਂ ਜਾ ਕੇ ਵੀ ਨਾਲ ਇਹ ਉਹਦਾ ਗਿਆਨ ਪ੍ਰਾਪਤ ਹੁੰਦਾ ਰਹਿੰਦਾ। ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆਪਾਂ ਨੂੰ ਕਹਿੰਦੇ ਨੇ, ਗੁਰ ਪੂਰਾ ਪਾਇਆ। ਗੁਰੂ ਪੂਰੇ ਦੀ ਕਿਰਪਾ ਦੇ ਨਾਲ ਪੂਰਾ ਸਾਨੂੰ ਪ੍ਰਾਪਤ ਹੋ ਗਿਆ। ਜਪ ਨਾਨਕ ਸੱਚਾ ਸੋਏ। ਕਹਿੰਦੇ ਜਦੋਂ ਅਸੀਂ ਉਹ ਸੱਚੇ ਨਾਮ ਦੇ ਨਾਲ ਜੁੜ ਗਏ ਤੇ ਮਹਾਰਾਜ ਫੇਰ ਕੀ ਕਹਿੰਦੇ ਗਾਹਾਂ ਜਾ ਕੇ, ਭਾਵੇਂ ਸ਼ਬਦ ਦਾ ਸਿਰਲੇਖ ਬਦਲ ਗਿਆ ਕਿ ਇੱਥੇ ਸ੍ਰੀ ਰਾਗ ਮਹੱਲਾ ਪੰਜਵਾਂ ਆ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਜੀਵਾਂ ਦੀ ਗੱਲ ਕਰਦੇ, ਜਿਨ੍ਹਾਂ ਸਤਿਗੁਰ ਸਿਰ ਚਿਤ ਲਾਇਆ ਸੇ ਪੂਰੇ ਪ੍ਰਧਾਨ। ਉਹੀ ਇੱਥੇ ਸ਼ੋਭਾ ਦੇ ਲਾਇਕ ਹਨ, ਜਿਹੜੇ ਸੱਚੇ ਇੱਕ ਅਕਾਲ ਪੁਰਖ ਨਿਰੰਕਾਰ ਦੇ ਨਾਲ ਜਿਨ੍ਹਾਂ ਦਾ ਚਿੱਤ ਮਨ ਜੁੜ ਗਿਆ। ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ। ਇਹ ਜੋ ਸਤਿਗੁਰੂ ਜੀ ਉੱਪਰ ਗਿਆਨ ਦੇ ਕੇ ਆਏ ਨੇ, ਕਹਿੰਦੇ ਇਹ ਗਿਆਨ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਉੱਤੇ ਨਿਰੰਕਾਰ ਆਪ ਦਿਆਲੂ ਕਿਰਪਾਲੂ ਮਿਹਰ ਕਰਦੇ ਹਨ। ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਜਿਨ੍ਹਾਂ ਦੇ ਕੰਮ ਜਿਹੜੇ ਕਰਮ ਸ਼ੁਭ ਹੋਣੇ ਸ਼ੁਰੂ ਹੋ ਗਏ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੇ ਨਾਮ ਨੂੰ ਪ੍ਰਾਪਤ ਕਰ ਲਿਆ। ਮਨ ਮੇਰੇ ਏਕੋ ਨਾਮ ਤੇ ਆਏ। ਇਹ ਮੇਰੇ ਮਨਾ ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿ। ਸਰਬ ਸੁਖਾਂ ਸੁਖ ਉਪਜੈ ਦਰਗਹਿ ਪੈਂਦਾ ਜਾਏ। ਸੰਸਾਰ ਦੇ ਵਿੱਚ ਵਾਹਿਗੁਰੂ ਦਾ ਨਾਮ ਤੈਨੂੰ ਸਾਰੇ ਸੁਖ ਦੇਵੇਗਾ ਔਰ ਦਰਗਾਹ ਦੇ ਵਿੱਚ ਵੀ ਤੇਰੀ ਪੈਜ ਲਾਜ ਰੱਖੇਗਾ। ਰਹਾਉ ਜਨਮ ਮਰਨ ਕਾ ਪਉ ਗਿਆ ਪਾਉ ਭਗਤ ਗੋਪਾਲ। ਕਹਿੰਦੇ ਜਿਸ ਵੇਲੇ ਭਾਉ ਭਗਤ ਗੋਪਾਲ ਕਹਿੰਦੇ ਨੇ, ਗੋ ਕਹਿੰਦੇ ਨੇ ਸੰਸਾਰ ਨੂੰ ਬਣਾਉਣ ਵਾਲੇ ਨੂੰ, ਪਾਲ ਕਹਿੰਦੇ ਨੇ ਜਿਹੜਾ ਉਹਦਾ ਪ੍ਰਤਪਾਲਕ ਹੈ। ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਕਹਿੰਦੇ ਜਿਸ ਵੇਲੇ ਤੇਰਾ ਉਹਦੇ ਨਾਲ ਅਟੁੱਟ ਅਜੀਬ ਪ੍ਰੇਮ ਐਸਾ ਪੈ ਗਿਆ ਕਿ ਜਿਹਦੇ ਵਿੱਚ ਕਦੀ ਕੋਈ ਵੀ ਫਰਕ ਨਹੀਂ ਪੈ ਸਕਦਾ। ਭਾਉ ਤੇਰੇ ਹਿਰਦੇ ਦੇ ਵਿੱਚ ਬੈਠ ਗਿਆ
ਤਾਂ ਫਿਰ ਕੀ ਹੁੰਦਾ, ਕਹਿੰਦੇ ਜਨਮ ਮਰਨ ਕਾ ਭਾਉ ਗਿਆ। ਉੱਥੇ ਵੀ ਜਿਹੜਾ ਜਨਮ ਤੇ ਮਰਨ ਦਾ ਜਿਹੜਾ ਤੇਰੇ ਅੰਦਰ ਡਰ ਬੈਠਾ ਹੋਇਆ ਹੈ, ਨਿਰੰਕਾਰ ਖਤਮ ਕਰ ਦੇਣਗੇ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧੂਆਂ ਦੀ ਸੰਗਤ ਨਿਰਮਲ ਹੈ। ਸਾਧੂ ਕਿਹੜੇ? ਸੱਚੇ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਜੁੜੇ ਹੋਏ ਨੇ। ਉਹਨਾਂ ਦੀ ਭਾਲ ਕਰਨੀ ਪੈਣੀ ਆ, ਯਕੀਨ ਰੱਖਣਾ ਪੈਣਾ, ਉਹਨਾਂ ਨੂੰ ਤੁਹਾਨੂੰ ਟੋਲਣਾ ਪੈਣਾ। ਉਹਨਾਂ ਨੇ ਤੁਹਾਡੇ ਪਾਸ ਹੀ ਨਹੀਂ ਆਉਣਾ, ਕਿਉਂਕਿ ਉਹਨੇ ਸੰਸਾਰ ਦੇ ਉੱਤੇ ਕੁਝ ਨਹੀਂ ਲੈਣਾ ਭਾਈ। ਤਾਂ ਸਾਨੂੰ ਉਹਨਾਂ ਨੂੰ ਟੋਲਣਾ ਪੈਣਾ। ਕਹਿੰਦੇ ਵੀ ਜਦੋਂ ਤੂੰ ਟੋਲ ਲਿਆ, ਉਸ ਨਿਰਮਲ ਜਿਹੜੀ ਸੰਗਤ ਉਹ ਨਿਰਮਲ ਹੈ, ਜਿਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ, ਆਪ ਕਰੇ ਪ੍ਰਤਪਾਲ। ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪ੍ਰਤਪਾਲਨਾ ਆਪ ਕਰਦੇ ਨੇ, ਉਹਨਾਂ ਸਾਧੂਆਂ ਦੀ ਜਿਹੜੇ ਸੱਚਮੁੱਚ ਹੀ ਉਹਦੇ ਨਾਲ ਜੁੜੇ ਹੋਏ ਹਨ। ਜਨਮ ਮਰਨ ਕੀ ਮਲ ਕੱਟੀ ਐ, ਗੁਰ ਦਰਸ਼ਨ ਦੇਖ ਨਿਹਾਲ। ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਇਹੀ ਅਰਦਾਸ ਕਰਦੇ ਨੇ ਜਦੋਂ ਆਪਾਂ ਸਤਿਗੁਰ ਦੇ ਚਰਨਾਂ ਦੇ ਵਿੱਚ ਆਉਂਦੇ ਆ। ਕਹਿੰਦੇ ਉਹਨਾਂ ਨੂੰ ਸਤਿਗੁਰ ਨੂੰ ਦੇਖਣ ਦੇ ਨਾਲ ਹੀ ਉਹ ਜਿਸਲੇ ਤੇਰੇ ਮਨ ਦੇ ਵਿੱਚੋਂ ਜਿਸਲੇ ਸਾਰੀ ਮੈਲ ਕੱਟੀ ਗਈ, ਜਨਮ ਮਰਨ ਕੀ ਮਲ ਕੱਟੀ ਹੈ, ਜਨਮ ਤੇ ਮਰਨ ਦਾ ਜਿਹੜਾ ਆਉਣ ਜਾਣ ਦਾ ਚੱਕਰ ਹੈ, ਇਹ ਖਤਮ ਹੋ ਜਾਂਦਾ ਹੈ। ਕਦੋਂ? ਜਦੋਂ ਅਸੀਂ ਨਿਰੰਕਾਰ ਦੇ ਦਰਸ਼ਨ ਹੀ ਕਰਦੇ ਹਾਂ। ਥਾਨ ਥਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਉਹ ਅਕਾਲ ਪੁਰਖ ਹਰ ਜਗ੍ਹਾ ਦੇ ਉੱਤੇ ਵਸਿਆ ਹੋਇਆ ਹੈ। ਤਿੰਨਾਂ ਭਵਨਾਂ ਦੇ ਵਿੱਚ, ਆਕਾਸ਼, ਪਾਤਾਲ ਤੇ ਇਹ ਧਰਤ ਦੇ ਉੱਤੇ ਵਸਿਆ ਹੋਇਆ ਹੈ। ਪਾਰ ਬ੍ਰਹਮ ਇਹ ਸਭ ਕੁਝ ਉਹਦੀ ਕਿਰਪਾ, ਉਹਦੇ ਹੀ ਸਾਰੇ ਰੂਪ ਹਨ। ਸਭਨਾ ਦਾਤਾ ਏਕ ਹੈ, ਦੂਜਾ ਨਹੀਂ ਕੋਏ। ਇਹਨਾਂ ਤਿੰਨਾਂ ਭਵਨਾਂ ਦੇ ਵਿੱਚ ਜਿਹੜੀ 84 ਲੱਖ ਜੂਨ ਹੈ, ਸਾਰਿਆਂ ਨੂੰ ਦਾਤਾ ਦੇਣ ਵਾਲਾ ਵੀ ਉਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਆਪ ਹੈ। ਉਹਦੇ ਬਰੋਬਰ ਦੂਜਾ ਹੋਰ ਕੋਈ ਨਹੀਂ ਹੈ। ਤਿਸ ਸਰਣਾਈ ਛੂਟੀ ਐ, ਕੀਤਾ ਲੋੜੇ ਸੋ ਹੋਏ। ਕਹਿੰਦੇ ਉਹਦੀ ਸ਼ਰਨ ਦੇ ਵਿੱਚ ਪੈਂਦਿਆਂ ਤੇ ਸਾਰੇ ਵਿਕਾਰਾਂ ਤੋਂ ਤੂੰ ਛੁੱਟ ਜਾਏਗਾ, ਨਿਰਮਲ ਬਣ ਜਾਏਗਾ। ਫਿਰ ਕੀ ਹੁੰਦਾ? ਇਹ ਪ੍ਰਭੂ ਚਾਹੁੰਦਾ ਵੀ ਇਹ ਹੈ, ਕੀਤਾ ਲੋੜੇ ਸੋ ਹੋਏ। ਫਿਰ ਜਿਹੜਾ ਉਹਦਾ ਪਿਆਰਾ ਹੈ, ਜਿਹੜਾ ਉਹਦਾ ਜਨ ਹੈ, ਜਿਹੜਾ ਉਹਦਾ ਭਗਤ ਹੈ, ਜੋ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਬੇਨਤੀ ਨੂੰ ਪ੍ਰਵਾਨ ਕਰਕੇ ਉਹੀ ਸਭ ਕੁਝ ਹੁੰਦਾ ਹੈ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਜਿਨ੍ਹਾਂ ਦੇ ਅੰਦਰ ਉਹ ਅਕਾਲ ਪੁਰਖ ਨਿਰੰਕਾਰ ਵਸ ਗਿਆ, ਜੇ ਨਾਮ ਵਸ ਗਿਆ, ਉਹੀ ਇਸ ਸੰਸਾਰ ਦੇ ਉੱਤੇ ਸੋਭਾ ਪਾਉਂਦੇ ਨੇ, ਉਹੀ ਮੁਖੀਏ ਬਣ ਜਾਂਦੇ ਨੇ, ਉਹੀ ਸੰਤ ਜਨ ਸਾਧੂ ਜਨ ਬਣ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਨਿਰੰਕਾਰ ਦਾ ਵਾਸਾ ਹੋ ਗਿਆ। ਫਿਰ ਕੀ ਕਹਿੰਦੇ ਨੇ ਕਿ ਉਹਨਾਂ ਜਿਸ ਵੇਲੇ ਦੂਸਰੀ ਲਾਈਨ ਫਿਰ ਨਾਲ ਦੂਸਰਾ ਬਚਨ ਆਪਾਂ ਫਿਰ ਜੋੜ ਲਈਏ, ਤਿਸ ਸਰਨਾਈ। ਫਿਰ ਜਿਹੜੇ ਉਹ ਪੂਰੇ ਪ੍ਰਧਾਨ ਨੇ, ਉਹ ਸਦਾ ਹੀ ਉਹਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਤੇ ਸੰਸਾਰ ਨੂੰ ਗਿਆਨ ਦਿੰਦੇ ਨੇ ਭਈ ਹੁੰਦਾ ਉਹੀ ਹੈ ਜਿਹੜਾ ਨਿਰੰਕਾਰ ਨੂੰ ਪਾਉਂਦਾ ਹੈ। ਤਿਨ ਕੀ ਸੋਭਾ ਨਿਰਮਲੀ, ਪ੍ਰਗਟ ਪਈ ਜਹਾਨ। ਭਾਈ ਉਹਨਾਂ ਦੀ ਸੋਭਾ ਨਿਰਮਲੀ ਬਹੁਤ ਉੱਚੀ ਤੇ ਸੁੱਚੀ ਹੁੰਦੀ ਹੈ। ਜਿਹੜੇ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ, ਭਾਵੇਂ 2-2 ਸਾਲ ਪਹਿਲਾਂ, 200 ਸਾਲ ਪਹਿਲਾਂ ਲੰਘ ਗਏ, ਜਾਂ ਅੱਜ ਵੀ ਨੇ, ਜਿਨ੍ਹਾਂ ਦੇ ਉੱਤੇ ਸਾਨੂੰ ਭਰੋਸਾ ਹੈ, ਕਹਿੰਦੇ ਵੀ ਉਹਨਾਂ ਦੀ ਜਿਹੜੀ ਵਡਿਆਈ ਆ ਉਹ ਸਦਾ ਹੀ ਸੰਸਾਰ ਦੇ ਉੱਤੇ ਪ੍ਰਗਟ ਹੀ ਰਹਿੰਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਜਨ ਨੇ, ਜਿਹੜੇ ਪ੍ਰੀਤਮ ਪੂਰੇ ਦੇ ਨਾਲ ਜੁੜ ਗਏ, ਆਪ ਪੂਰੇ ਬਣ ਗਏ। ਗੁਰੂ ਨਾਨਕ ਨਿਰੰਕਾਰ ਕਹਿੰਦੇ ਮੈਂ ਉਹਨਾਂ ਦੇ ਉੱਤੇ ਬਲਿਹਾਰੇ ਜਾਂਦਾ ਹਾਂ। ਸ੍ਰੀ ਰਾਗ ਮਹਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਮਿਲ ਸਤਿਗੁਰ ਸਭ ਦੁੱਖ ਗਿਆ। ਜਦੋਂ ਸਤਿਗੁਰ ਦੀ ਸ਼ਰਨ ਦੇ ਵਿੱਚ ਆਣ ਕੇ ਜੀਵ ਡਿੱਗ ਪੈਂਦਾ ਹੈ, ਉਹਦੇ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ ਤੇ ਜਿਹੜਾ ਸੁੱਖ ਹੈ, ਆਨੰਦ ਹੈ ਔਰ ਸੀਤਲਤਾ ਉਹ ਹਿਰਦੇ ਦੇ ਵਿੱਚ ਆਣ ਕੇ ਵਸ ਜਾਂਦੀ ਹੈ। ਅੰਤਰ ਜੋਤ ਪਰਗਾਸੀਆ, ਏਕਸ ਸਿਉ ਲਿਵ ਲਾਏ। ਅੰਦਰੋਂ ਨਿਰੰਕਾਰ ਦੀ ਜੋਤ ਦਾ ਦੀਵਾ ਜਗ ਪੜਨ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣੋ। ਆਪਣੇ ਆਪ ਨੂੰ ਮਨ ਪਛਾਣਨਾ ਸ਼ੁਰੂ ਕਰ ਦਿੰਦਾ। ਜਦੋਂ ਗਿਆਨ ਦਾ ਚਿਰਾਗ, ਵਾਹਿਗੁਰੂ ਦਾ ਚਿਰਾਗ ਅੰਦਰ ਜਗਣਾ ਸ਼ੁਰੂ ਹੋ ਜਾਂਦਾ ਹੈ, ਤਾਂ ਫਿਰ ਮਹਾਰਾਜ ਤਾਂ ਹੀ ਕਹਿੰਦੇ ਨੇ ਵੀ ਤੇਰੇ ਅੰਦਰ ਹੁਣ ਉਹ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਗਈ। ਜਾਂ ਇੱਥੇ ਆਪਾਂ ਕਹਿ ਦਈਏ ਤੇਰੇ ਅੰਦਰ ਉਹ ਅਕਾਲ ਪੁਰਖ ਦਾ ਸ਼ਬਦ ਪ੍ਰਗਟ ਹੋ ਗਿਆ। ਹੁਣ ਉਸ ਦੇ ਨਾਲ
ਇੱਕ ਮਿਕ ਹੋ ਜਾ, ਉਹਦੇ ਨਾਲ ਅਟੁੱਟ ਪ੍ਰੇਮ ਪਾ ਲਾ, ਉਹਦੇ ਨਾਲ ਇੱਕ ਧਿਆਨ ਜੋੜ ਕੇ ਬੈਠਾ ਰਹਿ। ਮਿਲ ਸਾਧੂ ਮੁਖ ਉਜਲਾ, ਪੂਰਬ ਲਿਖਿਆ ਪਾਏ। ਨਿਰੰਕਾਰ ਕਿਰਪਾ ਕਰਨਗੇ ਤੈਨੂੰ ਸਾਧੂ ਬਣਾ ਦੇਣਗੇ। ਜਿਹਨੇ ਸਾਰੇ ਵਿਕਾਰਾਂ ਨੂੰ ਸੋਧ ਲਿਆ ਉਹਦਾ ਨਾਮ ਸਾਧੂ ਹੈ। ਕਹਿੰਦੇ ਜਿਨ੍ਹਾਂ ਨੇ ਸਾਰੇ ਵਿਕਾਰਾਂ ਨੂੰ ਸੋਧ ਲਿਆ ਜਾਂ ਸਰੀਰ ਤੋਂ ਦੂਰ ਕਰ ਦਿੱਤੇ, ਉਹਨਾਂ ਦਾ ਸੰਸਾਰ ਦੇ ਉੱਤੇ ਮੁਖ ਉਜਲਾ ਹੁੰਦਾ ਹੈ, ਉਹਨਾਂ ਦੀ ਵਡਿਆਈ ਹੁੰਦਾ ਹੈ। ਪਰ ਹੁੰਦੇ ਕਿਹਨਾਂ ਦੇ? ਜਿਨ੍ਹਾਂ ਦੇ ਪੂਰਬਲੇ ਕਰਮ, ਜਿਹੜੇ ਸਤਿਗੁਰ ਨੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਇੱਥੇ ਆਣ ਕੇ ਕਮਾਈ ਕੀਤੀ, ਔਗਣ ਗਵਾ ਕੇ ਗੁਣਾਂ ਦਾ ਧਾਰਨੀ ਹੋ ਗਿਆ। ਗੁਣ ਗੋਵਿੰਦ ਨਿਤ ਗਾਵਣੇ, ਨਿਰਮਲ ਸਾਚੈ ਨਾਏ। ਨਿਤਾ ਪ੍ਰਤੀ ਦਿਨ ਰਾਤ ਉਹ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਦਾ ਤੇ ਦੂਸਰਿਆਂ ਨੂੰ ਸੁਣਾਉਂਦਾ। ਤੇ ਉਹ ਕੀ ਕਹਿੰਦੇ ਨੇ? ਉਹ ਨਿਰਮਲ ਸੱਚੇ ਨਾਏ, ਪਵਿੱਤਰ ਅਕਾਲ ਪੁਰਖ ਦੇ ਉੱਚੇ ਸੁੱਚੇ ਨਾਮ ਦੇ ਨਾਲ ਵਾਹਿਗੁਰੂ ਨਾਲ ਹਰ ਵੇਲੇ ਜੁੜਿਆ ਰਹਿੰਦਾ ਹੈ। ਮੇਰੇ ਮਨ ਗੁਰ ਸਬਦੀ ਸੁਖ ਹੋਏ। ਮੇਰੇ ਮਨਾ ਉਹ ਵਾਹਿਗੁਰੂ ਦੇ ਸ਼ਬਦ ਦੇ ਕਿਰਪਾ ਦੇ ਨਾਲ ਹੀ ਤੈਨੂੰ ਸਾਰੇ ਸੁਖ ਨਸੀਬ ਹੋਣੇ ਹਨ। ਗੁਰਪੂਰੇ ਕੀ ਚਾਕਰੀ, ਬਿਰਥਾ ਜਾਏ ਨ ਕੋਏ। ਕਹਿੰਦੇ ਜਿਹੜੇ ਸੇਵਾ ਦੇ ਵਿੱਚ ਆਣ ਕੇ ਡਿੱਗ ਪਏ, ਜਿਹੜੇ ਬੰਦਗੀ ਦੇ ਵਿੱਚ ਲੱਗ ਪਏ, ਜਿਹੜੇ ਨਾਮ ਧਿਆਨ ਜਪਣ ਲੱਗ ਪਏ, ਜਿਹੜੇ ਦੂਸਰਿਆਂ ਨੂੰ ਗਿਆਨ ਦੇਣ ਲੱਗ ਪਏ, ਕਹਿੰਦੇ ਵੀ ਜਦੋਂ ਸਤਿਗੁਰ ਦੀ ਚਾਕਰੀ ਨੌਕਰੀ ਸਹੀ ਸਰੂਪ ਦੇ ਵਿੱਚ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ, ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਨੇ ਹਉ ਮੂਰਖ ਕਾਰੇ ਲਾਈਆ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚੀ ਚਾਕਰੀ ਤੇ ਲਾ ਦਿੰਦੇ ਨੇ, ਮੂਰਖਾਂ ਤੋਂ ਗੁਰਮੁਖ ਬਣਾ ਦਿੰਦੇ ਨਿਰੰਕਾਰ ਸੱਚੇ ਪਾਤਸ਼ਾਹ ਜੀ। ਕਹਿੰਦੇ ਵੀ ਜਿਹੜੇ ਉਹਦੇ ਚਰਨਾਂ ਦੇ ਵਿੱਚ ਮੂਰਖ ਤੇ ਮੂਰਖ ਵੀ ਆਣ ਕੇ ਡਿੱਗ ਪਵੇ, ਉਹਦੀ ਚਾਕਰੀ ਦੇ ਵਿੱਚ ਲੈ ਜਾਵੇ, ਉਹਨੂੰ ਵੀ ਨਿਰੰਕਾਰ ਸਾਰੀਆਂ ਦਾਤਾਂ ਦੇ ਦਿੰਦੇ ਨੇ। ਕੋਈ ਵੀ ਵਿਰਥਾ ਖਾਲੀ ਝੋਲੀ ਲੈ ਕੇ ਨਹੀਂ ਜਾਂਦਾ ਇੱਥੋਂ। ਰਹਾਉ ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ। ਉਹ ਗੁਰਮੁਖ ਪਿਆਰੇ ਵਿਦਿਆ ਸਾਰੀਆਂ ਮਨ ਦੀਆਂ ਇੱਛਾ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਪੂਰੀਆਂ ਕਰ ਦਿੰਦੇ ਨੇ। ਪਰ ਜਿਨ੍ਹਾਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਭਾਈ, ਉਹਨਾਂ ਦੇ ਅੰਦਰ ਫਿਰ ਉਹ ਆਸਾ ਤੇ ਤ੍ਰਿਸ਼ਨਾ ਕਿਸੇ ਹੋਰ ਚੀਜ਼ ਦੀ ਰਹਿੰਦੀ ਵੀ ਨਹੀਂ। ਅੰਤਰ ਜਾਮੀ ਸਦਾ ਸੰਗ, ਕਰਨੈ ਹਾਰ ਪਛਾਨ। ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਨ ਵਾਲਾ ਨਿਰੰਕਾਰ ਸੱਚੇ ਪਾਤਸ਼ਾਹ ਉਸ ਨੂੰ ਹਰ ਵੇਲੇ ਆਪਣੇ ਅੰਗ ਸੰਗ ਜਾਣ ਤੇ ਉਸ ਨੂੰ ਹੀ ਸਾਰੇ ਕਾਰਜ ਕਰਨ ਵਾਲਾ ਪਹਿਚਾਨ। ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸਨਾਨ। ਗੁਰ ਪ੍ਰਸਾਦੀ ਮੁਖ ਉਜਲਾ, ਗੁਰੂ ਦੀ ਕਿਰਪਾ ਦੇ ਨਾਲ ਤੇਰਾ ਸੰਸਾਰ ਦੇ ਉੱਤੇ ਮੁਖ ਉਜਲਾ ਹੋ ਜਾਏਗਾ। ਤੈਨੂੰ ਵਡਿਆਈਆਂ ਪ੍ਰਾਪਤ ਹੋਣਗੀਆਂ, ਤੈਨੂੰ ਵਡਿਆਈਆਂ ਮਿਲਣਗੀਆਂ। ਕਦੋਂ? ਜਦੋਂ ਤੂੰ ਜਪ ਆਰਾਧਨਾ, ਜਦੋਂ ਤੂੰ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗ ਪਿਆ, ਤੇ ਜੋ ਨਿਰੰਕਾਰ ਨੇ ਤੈਨੂੰ ਆਪਣਾ ਇਹ ਵੈਸੇ ਜਿਹੜਾ ਦਸਵੰਧ ਹੈ ਆਪਾਂ ਜਿਹਨੂੰ ਕਹਿੰਦੇ ਹਾਂ 10ਵਾਂ ਹਿੱਸਾ, ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀ ਇਹ ਕਾਰ ਸ਼ੁਰੂ ਕੀਤੀ ਸੀ। ਇਹ ਹੁਕਮ ਗੁਰੂ ਦਾ ਹੈ ਭਈ ਦਸਵੰਧ ਕੱਢਣਾ। ਕਹਿੰਦੇ ਵੀ ਇੱਥੇ ਜਪ ਨਾਮ ਤੇ ਨਾਲ ਦਾਨ ਕਰ, ਲੋੜਵੰਦ ਨੂੰ ਕੁਝ ਦੇ ਦੇ। ਜਿਹੜਾ ਕੁਝ ਤੇਰੇ ਕੋਲ 10ਵਾਂ ਹਿੱਸਾ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਪਾ, ਕਿਸੇ ਦੇ ਤਨ ਨੂੰ ਢੱਕ। ਤਾਂ ਕਹਿੰਦੇ ਵੀ ਇਸ ਤਰ੍ਹਾਂ ਜਦੋਂ ਤੂੰ ਕਰੇਗਾ, ਉਹ ਅਨਾਥਾਂ ਨੂੰ ਤੂੰ ਦਾਨ ਦਵੇਂਗਾ, ਨਿਰੰਕਾਰ ਸੱਚੇ ਪਾਤਸ਼ਾਹ ਇਦੂ ਸੰਸਾਰ ਤੇ ਤੇਰਾ ਮੁਖ ਉਜਲਾ ਕਰ ਦੇਵਣਗੇ। ਕਾਮ ਕ੍ਰੋਧ ਲੋਭ ਬਿਨਸਿਆ, ਤਜਿਆ ਸਭ ਅਭਿਮਾਨ। ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦੀ ਗੱਲ ਹੋ ਰਹੀ ਹੈ ਨਾ ਇਸ ਵੇਲੇ, ਗੁਰੂ ਦੀ ਕਿਰਪਾ ਨਾਲ ਤੇਰੇ ਅੰਦਰੋਂ ਕਾਮ ਵਾਸ਼ਨਾ ਖਤਮ ਹੋ ਜਾਣਗੀਆਂ, ਕ੍ਰੋਧ ਵੀ ਤੇਰਾ ਸਾਥ ਛੱਡ ਕੇ ਭੱਜ ਜਾਵੇਗਾ, ਲੋਭ ਦਾ ਦੈਂਤ ਵੀ ਤੇਰੇ ਅੰਦਰ ਨਹੀਂ ਟਿਕੇਗਾ। ਇੱਥੇ ਤੱਕ ਨਹੀਂ, ਨਿਰੰਕਾਰ ਕਹਿੰਦੇ ਨੇ ਵੀ ਜਿਹੜਾ ਅਭਿਮਾਨ ਹੈ, ਹੰਕਾਰ ਹੈ, ਇਹ ਵੀ ਤੇਰੇ ਕੋਲੋਂ ਡਰ ਕੇ ਨੱਠ ਜਾਵੇਗਾ ਗੁਰੂ ਦੀ ਕਿਰਪਾ ਦੇ ਨਾਲ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ। ਪਾਇਆ ਲਾਹਾ ਕਹਿੰਦੇ ਹੁੰਦੇ ਨੇ ਜਦੋਂ ਮਨ ਹਰ ਵੇਲੇ ਉਹਦੀ ਵਡਿਆਈ, ਪ੍ਰੇਮ, ਜਦੋਂ ਪ੍ਰੇਮ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਸਾਨੂੰ ਪਤਾ ਲੱਗ ਜਾਂਦਾ, ਗਿਆਨ ਹੋ ਜਾਂਦਾ ਵੀ ਸੰਸਾਰ ਦੇ ਉੱਤੇ ਵੀ ਸਾਡਾ ਮੁੱਖ ਉਜਲਾ ਉਹਦੇ ਨਾਮ ਦੇ ਨਾਲ ਹੋਣਾ, ਫਿਰ ਆਪਾਂ ਕਹਿੰਦੇ ਲਾਹਾ ਲੈ ਲਈਏ ਭਾਈ, ਹੋਰ ਆਪਾਂ ਉਦੋਂ ਚੀਜ਼ ਤੋਂ ਕੰਮ ਕਰ ਲਈਏ। ਹੁਣ ਜਦੋਂ ਤੇ ਕਹਿੰਦੇ ਵੀ ਉਹ ਲਾਹਾ ਜਿਹੜਾ ਲਾਹ ਵਾਲਾ ਆ,
ਇਹ ਲਾਹਾ ਖਤਮ ਨਹੀਂ ਹੋਣ ਵਾਲਾ। ਕਦੋਂ? ਤੇ ਜਦੋਂ ਨਾਮ ਪੂਰੇ ਨੂੰ ਜਪਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਨਿਰੰਕਾਰ ਦੀਆਂ ਵਡਿਆਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਉਹ ਜਿਹੜਾ ਤੈਨੂੰ ਲਾਭ ਮਿਲੇਗਾ ਉਹ ਤੇਰੀ ਆਤਮਾ ਨੂੰ ਆਨੰਦ ਦੇਵੇਗਾ। ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ। ਨਿਰੰਕਾਰ ਸੱਚੇ ਪਾਤਸ਼ਾਹ ਨੇ ਉਸ ਜੀਵ ਦੇ ਉੱਤੇ ਰਹਿਮਤ ਕੀਤੀ, ਆਪਣੇ ਨਾਲ ਮਿਲਾ ਲਿਆ ਤੇ ਆਪਣਾ ਪਵਿੱਤਰ ਨਾਮ ਪ੍ਰਗਟ ਕਰ ਦਿੱਤਾ। ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ। ਇਹਦਾ ਜਿਹੜਾ ਵੱਡਾ ਭਉ ਹੈ ਨਾ, ਜਨਮ ਤੇ ਮਰਨ ਦਾ, ਕਹਿੰਦੇ ਖਤਮ ਕਰ ਦਿੱਤਾ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਨੇ ਆਪਣੇ ਪਿਆਰੇ ਦਾ। ਸੱਚ ਮਹਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ, ਗੁਰੂ ਦੇ ਸ਼ਬਦ ਦੇ ਨਾਲ ਜੁੜ ਗਏ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸੱਚੇ ਮਹਲ ਦਾ ਗਿਆਨ ਦੇ ਦਿੱਤਾ। ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ। ਮਾਲਕ ਸੱਚੇ ਪਾਤਸ਼ਾਹ ਜੀ ਵੀ ਜਿਹੜੇ ਨਾਮ ਜਪਦੇ ਨੇ, ਸੇਵਾ ਕਰਦੇ ਨੇ, ਬੰਦਗੀ ਕਰਦੇ ਨੇ, ਉਹ ਨਿਰੰਕਾਰ ਨੂੰ ਹਰ ਵੇਲੇ ਅੰਗ ਸੰਗ ਜਾਣਦੇ ਨੇ। ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸੱਚੇ ਸ਼ਬਦ ਦਾ, ਸੱਚੇ ਮਹਲ ਦਾ, ਸਹੀ ਮਹਲ ਦਾ ਗਿਆਨ ਪ੍ਰਾਪਤ ਹੋ ਜਾਂਦਾ ਔਰ ਉਹਦੇ ਵਿੱਚ ਉਹਨਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਜੀ ਪਰਲੋਕ ਸਿਧਾਂਤ ਤੋਂ ਬਾਅਦ ਜਗ੍ਹਾ ਦੇਣ ਲਈ ਪਹਿਲਾਂ ਹੀ ਅਸਥਾਨ ਬਣਾ ਦਿੰਦੇ ਨੇ। ਕਿਹਨਾਂ ਦਾ? ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ। ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣ ਸਾਰ। ਭਗਤ ਜਨਾਂ ਕੋ ਰੱਖਦਾ ਹੈ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣ ਸਾਰ। ਮੈਂ ਪਹਿਲਾਂ ਬੇਨਤੀ ਕੀਤੀ ਸੀ ਕਈ ਵਾਰੀ ਦੋ ਸਤਿਗੁਰ ਦੇ ਜਿਹੜੇ ਚਰਨ ਨੇ ਉਹਨਾਂ ਦੇ ਇਕੱਠੇ ਅਰਥ ਕਰਾਂਗੇ ਤਾਂ ਜੋ ਸਹੀ ਹੋਣਗੇ। ਮਾਰੇ ਕਹਿੰਦੇ ਜਿਹੜੇ ਭਗਤ ਨੇ ਜਿਨ੍ਹਾਂ ਨੂੰ ਸਤਿਗੁਰ ਜੀ ਇਹ ਪਦਵੀ ਦੇ ਦਿੰਦੇ ਨੇ। ਹੁਣ ਜਦੋਂ ਇਹ 15 ਭਗਤ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੇ ਆਪਾਂ ਇੱਕ ਭਗਤ ਸੰਸਾਰ ਦੇ ਉੱਤੇ ਇੱਕ ਹੋਰ ਜੀਵ ਨੂੰ ਵੀ ਕਹਿੰਦੇ ਆ, ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ, ਉਹਨਾਂ ਨੂੰ ਵੀ ਭਗਤ ਦਾ ਖਿਤਾਬ ਦਿੱਤਾ ਗਿਆ। ਇਹ ਭਗਤ ਦਾ ਖਿਤਾਬ ਸਭ ਤੋਂ ਉੱਚਾ ਤੇ ਸੱਚਾ ਹੈ ਭਾਈ। ਕਿਹਨਾਂ ਨੇ ਦਿੱਤਾ? ਜਿਨ੍ਹਾਂ ਨੇ ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰ ਲਿਆ। ਸੰਸਾਰ ਨੇ ਨਿਰੰਕਾਰ ਦੇ ਰੂਪਾਂ ਵਾਲੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦਾ ਹੀ ਰੂਪ ਬਣ ਚੁੱਕੇ ਸਨ, ਉਹ ਸੇਵਾ ਦੇਖ ਲੈਂਦੇ ਨੇ। ਸੇਵਾ ਕਰਕੇ ਜਦੋਂ ਆਮ ਜੀਵ ਵੀ ਦੇਤਾ, ਜਦੋਂ ਭਗਤ ਪੂਰਨ ਸਿੰਘ ਉਹਨਾਂ ਦੀ ਸੇਵਾ ਪਿੰਗਲਵਾੜੇ ਦੀ ਦੇਖੀ ਤਾਂ ਲੋਕਾਂ ਦੇ ਅੰਦਰੋਂ ਮਨ ਗਦ ਆਪੇ ਹੋਏ, ਆਪੇ ਚਿੱਤ ਕੀਤਾ ਵੀ ਅਸੀਂ ਵੀ ਇੱਥੇ ਕੁਝ ਨਾ ਕੁਝ ਹਿੱਸਾ ਪਾਈਏ ਕਿ ਸਾਨੂੰ ਜੋ ਨਿਰੰਕਾਰ ਨੇ ਦਿੱਤਾ ਉਹ ਸਫਲ ਹੋ ਜਾਵੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਹੜੇ ਭਗਤ ਨੇ ਉਹਨਾਂ ਨੂੰ ਨਿਰੰਕਾਰ ਆਪਣੀ ਕਿਰਪਾ ਕਰਕੇ ਹਰ ਵੇਲੇ ਸਦਾ ਅੰਗ ਸੰਗ ਸਹਿਯੋਗ ਰੱਖਦੇ ਨੇ। ਉਹਨਾਂ ਦਾ ਹਲਤ ਪਲਤ ਇਹ ਸੰਸਾਰ ਤੇ ਪਰਲੋਕ ਦੇ, ਸੰਸਾਰ ਦੇ ਉੱਤੇ ਲੋਕ ਤੋਂ ਪਰਲੋਕ ਦੇ ਵਿੱਚ ਵੀ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਵਡਿਆਈਆਂ ਮਿਲਦੀਆਂ ਹਨ। 8 ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ। 8 ਪਹਿਰ ਉਹ ਨਿਰੰਕਾਰ ਦੀ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਨੇ। ਐਸੇ ਵੀ ਇੱਕ ਜੀਵਨ ਵਾਲੇ ਮੈਂ ਗੁਰਮੁਖ ਪਿਆਰੇ ਦੇਖੇ, ਭਾਈ ਜੀਵਨ ਸਿੰਘ ਜੀ ਜਿਹੜੇ ਅਖੰਡ ਕੀਰਤਨ ਜਥੇ ਦੇ ਸੰਬੰਧ ਸਨ। ਉਹ ਜਦੋਂ ਰਾਤ ਨੂੰ ਸੁੱਤੇ ਵੀ ਪਏ ਹੁੰਦੇ ਸਨ, ਜਦੋਂ ਉਹਨਾਂ ਦੇ ਘਰਾੜੇ ਵੱਜਦੇ ਹੁੰਦੇ ਸਨ, ਇਹ ਗੁਰਮੁਖਾਂ ਨੇ ਮੈਨੂੰ ਗੱਲ ਸੁਣਾਈ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ। ਆਖਣ ਲੱਗੇ ਉਹ ਘਰਾੜੇ ਜਿਹੜੇ ਵੱਜਦੇ ਸਨ ਉਹਨਾਂ ਦੇ ਵਿੱਚੋਂ ਵੀ ਵਾਹਿਗੁਰੂ ਦਾ ਨਾਮ ਹੀ ਸੁਣਿਆ ਕਰਦਾ ਹੁੰਦਾ ਸੀ, ਤੇ ਉਹ ਘਰਾੜੇ ਵੀ ਵਾਹਿਗੁਰੂ ਵਾਹਿਗੁਰੂ ਕਿਹਾ ਕਰਦੇ ਸਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਰਾਤ ਨੂੰ 15-20 ਮਿੰਟ ਸਿਮਰਨ ਕਰਕੇ ਜਾਂ ਨਿਰੰਕਾਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਸੌਵੋਗੇ, ਜਿਹੜੀ ਨੀਂਦ ਤੁਹਾਡੀ ਆਊਗੀ, ਇਹ ਨੀਂਦ ਦੇ ਵਿੱਚ ਕੋਈ ਭੈੜਾ ਸੁਪਨਾ ਨਹੀਂ ਤੁਹਾਨੂੰ ਆਏਗਾ ਔਰ ਇਹ ਭੈੜਾ ਖਿਆਲ ਵੀ ਕੋਈ ਨਹੀਂ ਆਏਗਾ। ਉੱਥੇ ਵੀ ਅਕਾਲ ਪੁਰਖ ਦੀ ਕਿਰਪਾ ਹੀ ਵਰਤਦੀ। ਭਾਵੇਂ ਉਹ ਨੀਂਦ ਨੂੰ ਅਸੀਂ ਛੋਟੀ ਮੌਤ ਵੀ ਆਖ ਦਿੰਦੇ ਆ, ਸਾਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ, ਪਰ ਗੁਰੂ ਦੀ ਕਿਰਪਾ ਦੇ ਨਾਲ ਉੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਕਰਦੇ ਨੇ। ਕਿਹਨਾਂ ਦੇ? ਜਿਹੜੇ 8 ਪਹਿਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਨੇ, ਉਹਨਾਂ ਨੂੰ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪ੍ਰੇਮ ਦੇ ਰੰਗ ਦੇ ਵਿੱਚ ਰੰਗ ਲੈਂਦੇ ਨੇ ਔਰ ਉਹਨਾਂ ਦੀ ਹਰ ਵੇਲੇ ਸੰਭਾਲ ਕਰਦੇ ਹਨ। ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ। ਨਿਰੰਕਾਰ ਕਿਰਪਾ ਕਰਦੇ ਨੇ, ਕਹਿੰਦੇ ਪਾਰ ਬ੍ਰਹਮ ਸੁਖ ਸਾਗਰੋ, ਜਿਹੜਾ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਪਾਰ ਬ੍ਰਹਮ ਨੇ। ਉਹਨਾਂ ਨੂੰ ਗੁਰਬਾਣੀ ਦੇ ਵਿੱਚ ਪਾਰ ਬ੍ਰਹਮ ਦਾ ਖਿਤਾਬ ਆਉਣਾ, ਕਹਿੰਦੇ ਉਹ ਸੁੱਖਾਂ ਦੇ ਸਾਗਰ ਨੇ। ਜਦੋਂ ਤੂੰ ਉਹਦਾ ਬਣ ਗਿਆ
ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਵਿੱਚ ਜੁੜ ਗਿਆ, ਉਹਨਾਂ ਦੇ ਵੱਲੋਂ ਜੋ ਤੇਰੇ ਉੱਤੇ ਦਇਆ ਕਰਕੇ ਨਾਮ ਦਿੱਤਾ ਹੋਇਆ ਪ੍ਰਗਟ ਹੋ ਗਿਆ, ਉਦੋਂ ਫਿਰ ਤੇਰਾ ਜੀਵਨ ਸੁੱਖਾਂ ਦਾ ਬਤੀਤ ਹੋਣਾ ਸ਼ੁਰੂ ਹੋ ਜਾਏਗਾ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਹੀ ਉਹ ਪਾਰ ਬ੍ਰਹਮ ਨੇ, ਉਹੀ ਸੁੱਖਾਂ ਦੇ ਸਾਗਰ ਨੇ। ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵ ਤੂੰ ਉਹਦੇ ਉੱਤੋਂ ਕਰਵਾਨ ਜਾ। ਅੱਜ ਇੰਨੀ ਹੀ ਸੇਵਾ ਆਪ ਜੀ ਨੇ ਪ੍ਰਵਾਨ ਕਰ ਲੈਣੀ। ਭਾਵਕ ਹੋ ਕੇ ਅਰਥ ਕਰਦਿਆਂ ਦੇ ਉੱਤੇ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਬਹੁਤ ਭੁੱਲਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਸਦਾ ਬਖਸ਼ੰਦਾ। ਅਸੀਂ ਭਾਈ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਉੱਤੇ ਭਰੋਸਾ ਕਰਕੇ ਬੈਠੇ ਹਾਂ ਕਿ ਤੁਸੀਂ ਜ਼ਰੂਰ ਸਾਨੂੰ ਦਵੋਗੇ, ਜਿਹਦੇ ਕਾਰਨ ਕਰਕੇ ਹੋ ਸਕਦਾ ਸਾਡਾ ਵੀ ਜਨਮ ਤੇ ਮਰਨ ਦੋਨਾਂ ਦਾ ਖਤਮ ਹੋ ਜਾਵੇ ਸੰਸਾਰ ਤੋਂ, ਔਰ ਸਾਡੀ ਸੇਵਾ ਨੂੰ ਪ੍ਰਵਾਨ ਵੀ ਕਰੋਗੇ। ਮੈਂ ਤਾਂ ਬੇਨਤੀ ਕਰਦਾ ਹੁੰਦਾ ਵੀ ਆਪਾਂ ਜਿਹੜੇ ਇਹ ਅਰਥ ਗੁਰੂ ਜੀ ਕਰਵਾ ਰਹੇ ਨੇ, ਅਸੀਂ ਨਹੀਂ ਕਰ ਰਹੇ, ਗੁਰੂ ਜੀ ਕਰਵਾ ਰਹੇ ਨੇ। ਬਾਣੀ